ਸ਼੍ਰੀ ਅਕਾਲ, ਆਦਾਬ। ਮੈਂ ਤੁਹਾਡਾ ਆਪਣਾ ਦੋਸਤ ਕੁਲਦੀਪ ਚਿਰਾਗ। ਤੁਸੀਂ ਜੁੜੇ ਹੋ TNTV ਚੈਨਲ ਦੇ ਨਾਲ। ਤੇ ਦੋਸਤੋ, ਮੈਂ ਤੁਹਾਡਾ ਪਸੰਦ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਕਲਾ ਦੇ ਅੰਗ ਸੰਗ। ਤੇ ਕਲਾ ਦੇ ਅੰਗ ਸੰਗ ਵਿੱਚ ਸਾਡੇ ਸਟੂਡੀਓ 'ਚ ਵਿਰਾਜਮਾਨ ਨੇ ਪ੍ਰਵਾਸੀ ਸ਼ਾਇਰਾ ਪਰਮਜੀਤ ਦਿਓਲ, ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਸਾਹਿਤ ਬਾਰੇ, ਕਵਿਤਾ ਬਾਰੇ, ਗਜ਼ਲ ਬਾਰੇ। ਤੇ ਜਦੋਂ ਸਾਹਿਤ ਦਾ ਨਾਮ ਆਉਂਦਾ ਉਦੋਂ ਹੀ ਸਾਡੇ ਜ਼ਿਹਨ 'ਚ ਬਹੁਤ ਕੁਛ ਆਉਂਦਾ, ਕਿਉਂਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੈ ਤੇ ਸਾਹਿਤਕਾਰ ਉਸ ਦੀ ਤਸਵੀਰ। ਤੇ ਅੱਜ ਅਸੀਂ ਦੋਵਾਂ ਪੱਖਾਂ ਬਾਰੇ ਗੱਲ ਕਰਾਂਗੇ। ਸਾਡੇ ਸਟੂਡੀਓ 'ਚ ਹਾਜ਼ਰ ਨੇ ਸਾਡੇ ਵਿਸ਼ੇਸ਼ ਮਹਿਮਾਨ ਪਰਮਜੀਤ ਦਿਓਲ। ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੁਲਦੀਪ ਜੀ, ਤੁਹਾਨੂੰ ਤੇ ਤੁਹਾਡੇ ਪ੍ਰੋਗਰਾਮ ਕਲਾ ਦੇ ਅੰਗ ਸੰਗ ਸਾਰੇ ਸਰੋਤਿਆਂ ਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਤੇ ਮੈਡਮ, ਗੱਲ ਕਰਦੇ ਹਾਂ ਪਹਿਲਾਂ ਸਾਹਿਤ ਦੀ ਚੇਤਕ ਦੀ, है ना। एक मेरे शेर याद आ रहा है कि उर्दू सीख के सबसे पहले मैंने तेरा नाम लिखा था। ਤੇ ਮੈਂ ਜਾਣਨਾ ਚਾਹੂੰਗਾ ਕਿ ਸਾਹਿਤ ਦੀ ਚੇਤਕ ਕਿੱਥੋਂ ਲੱਗੀ? ਕੁਲਦੀਪ ਜੀ, ਜਦੋਂ ਕਹਿੰਦੇ ਹੁੰਦੇ ਆ ਬਚਪਨ ਦੀ ਜੇ ਆਪਾਂ ਗੱਲ ਕਰੀਏ, ਮੇਰੇ ਬ੍ਰਦਰ ਸੀ, ਮੇਰਾ ਵੱਡਾ ਭਰਾ ਸੀ ਜਿਹੜਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ। ਤੇ ਉਹ ਇੱਕਦਮ ਘਰ ਦੇ ਵਿੱਚ ਜਦੋਂ ਮੈਂ ਹਜੇ 7ਵੀਂ 8ਵੀਂ ਵਿੱਚ ਪੜ੍ਹਦੀ ਪਈ ਸੀ ਤਾਂ ਉਹ ਕੁਝ ਲਿਖ ਰਿਹਾ ਸੀਗਾ। ਤੇ ਮੈਂ ਜਦੋਂ ਉਹਨੂੰ ਕਿਹਾ ਵੀ ਮੈਨੂੰ ਵੀ ਦਿਖਾ ਤੂੰ ਕੀ ਲਿਖਦਾ ਪਿਆ ਆ, ਤੇ ਉਹਨੇ ਜਿਹੜੀ ਆਪਣੀ ਕਾਪੀ ਸੀ ਨਾ ਪੁੱਟ ਕੇ ਆਪਣੇ ਨਾਲ ਲਾ ਲਈ ਤੇ ਮੈਨੂੰ ਕੁਝ ਦਿਖਾਇਆ ਨਾ, ਪਰ ਮੈਨੂੰ ਲੱਗ ਗਿਆ ਵੀ ਉਹ ਕੁਝ ਲਿਖਦਾ ਪਿਆ ਆ। ਤੇ ਮੈਂ ਵੀ ਉਹਦੇ ਵਿੱਚ ਜਿੱਦਾਂ ਮੈਨੂੰ ਵੀ ਆਇਆ, ਮੈਂ ਵੀ ਪੈਨ ਕਾਪੀ ਚੱਕੀ ਤਾਂ ਮੈਂ ਚੱਕ ਕੇ ਤੇ ਲਿਖ ਦਿੱਤਾ। ਤੇ ਉਹ ਕਹਾਣੀ ਦੇ ਹੋਈ ਸੀਗੀ ਬਦਲਾ ਕਹਾਣੀ। ਤੇ ਉਹ ਕਹਾਣੀ ਜਾ ਕੇ ਫਿਰ ਜਿਹੜੇ ਕਾਲਜ ਟਾਈਮ ਜਦੋਂ ਮੈਂ 11ਵੀਂ ਵਿੱਚ ਕਾਲਜ ਵਿੱਚ ਗਈ ਤੇ ਉਹ ਚਿੜੀਆਂ ਦਾ ਚੰਬਾ ਇੱਕ ਮੈਗਜ਼ੀਨ ਨਿਕਲਦਾ ਸੀ ਤੇ ਉਹਦੇ ਵਿੱਚ ਉਹ ਛਪੀ ਸੀਗੀ। ਤੇ ਕੁਝ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਬਚਪਨ ਦੇ ਵਿੱਚ ਡੈਡੀ ਹੁਣਾਂ ਦੀ ਫੌਜੀ ਟਰੰਕ ਦੇ ਵਿੱਚ ਇੱਕ ਕਾਪੀ ਪਈ ਹੁੰਦੀ ਸੀ, ਉਹ ਮੈਂ ਚੋਰੀ ਚੋਰੀ ਕਵਿਤਾਵਾਂ ਪੜ੍ਹਦੀ ਹੁੰਦੀ ਸੀ ਡੈਡੀ ਹੁਣਾਂ ਦੀਆਂ। ਉਦੋਂ ਮੈਨੂੰ ਲੱਗਦਾ ਮੈਨੂੰ ਸਮਝ ਵੀ ਨਹੀਂ ਸੀ ਇਹ ਕਵਿਤਾ ਆ ਕੀ ਆ, ਪਰ ਮੈਂ ਉੱਥੇ ਹੀ ਪੜ੍ਹ ਕੇ ਉਸੇ ਟਰੰਕ ਦੇ ਵਿੱਚ, ਲੋਹੇ ਦਾ ਟਰੰਕ ਸੀਗਾ, ਉਹਦੇ ਵਿੱਚ ਹੀ ਰੱਖ ਦਿੰਦੀ ਹੁੰਦੀ ਸੀਗੀ। ਤੇ ਮੈਨੂੰ ਲੱਗਦਾ ਵੀ ਉਹਦੇ ਵਿੱਚੋਂ ਵੀ ਕੁਝ ਆਇਆ ਹੋਊਗਾ, ਹਨਾ। ਤੇ ਮੇਰੀ ਮਾਂ ਵੀ ਜਿਹੜੀ ਆ, ਉਹਦੀਆਂ ਭਾਵੇਂ ਹਜੇ ਕਵਿਤਾਵਾਂ ਕਿਤੇ ਨੇ ਲਿਖੀਆਂ ਨਹੀਂ, ਪਰ ਉਹ ਜਿਹੜੇ ਬੋਲ ਕੇ ਸੁਣਾਈ ਹੁੰਦੀ ਸੀ ਇੱਕ ਉਹ ਟੋਟਕਾ ਜਿਹਾ ਨਾਲ ਜੁੜ ਜੁੜ ਕੇ, ਮੈਨੂੰ ਲੱਗਦਾ ਵੀ ਗੁੜਤੀ ਮਿਲ ਗਈ ਉਹ ਪਰਿਵਾਰ ਦੇ ਵਿੱਚੋਂ, ਹਨਾ। ਤੇ ਪਰ ਡੈਡੀ ਦੀਆਂ ਕਵਿਤਾਵਾਂ ਤੇ ਦਮ ਤੋੜ ਗਈਆਂ ਤੰਗੀਆਂ ਤੁਰਸ਼ੀਆਂ ਦੇ ਵਿੱਚ ਹੀ, ਪਰ ਮੇਰੀ ਕਵਿਤਾ ਨੂੰ ਥੋੜਾ ਜਿਹਾ ਧੱਕਾ ਲੱਗ ਗਿਆ ਤੇ ਮੈਂ ਜਿਹੜਾ ਅੱਜ ਤੁਹਾਡੇ ਚੈਨਲ ਦੇ ਉੱਤੇ ਜਿਹੜਾ ਵੀ ਆਈ ਹੋਈ। ਜੀ। ਤੇ ਪਹਿਲੀ ਕਵਿਤਾ ਕਿਹੜੀ ਛਪੀ ਸੀ ਤੇ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਸੀ ਉਹ ਕਵਿਤਾ ਨੂੰ ਦੇਖ ਕੇ, ਜਦੋਂ ਤੁਹਾਡੀ ਕਵਿਤਾ ਪ੍ਰਕਾਸ਼ ਹੋਈ ਹੋਊਗੀ ਜਾਂ ਉਹ ਕਵਿਤਾ ਪੜ੍ਹ ਕੇ ਕਿਸ ਤਰ੍ਹਾਂ ਦਾ ਅਨੁਭਵ ਹੋਇਆ ਸੀ ਪਹਿਲੀ ਵਾਰ? ਉਹ ਤਾਂ ਜਿਵੇਂ ਕੁਲਦੀਪ ਜੀ ਹੁੰਦਾ ਹੈ ਵੀ ਉਦੋਂ ਕਵਿਤਾਵਾਂ ਮੇਰੀਆਂ ਥੋੜੀਆਂ ਜਿਹੀਆਂ ਕੁਝ ਰੱਬ ਨੂੰ ਗੁੱਸਾ ਸੀਗਾ ਤੇ ਕੁਝ ਟੁੱਟ ਭੱਜ ਸੀ ਅੰਦਰਲੀ, ਜਦੋਂ ਅਸੀਂ ਕੁਝ ਕਰ ਨਹੀਂ ਪਾਉਂਦੇ ਹਨਾ, ਜਾਂ ਅਸੀਂ ਨਿਹੋਰੇ ਲਾਉਂਦੇ ਆ ਰੱਬ ਨੂੰ। ਜਿਵੇਂ ਮੈਂ ਕਹਿੰਦੀ ਸੀ ਕਿ ਕੀ ਦੱਸਾਂ ਦੋਸਤੋ, ਮੇਰੇ ਵਿੱਚ ਕੁਝ ਕਰਨੇ ਦੀ ਚਾਹ ਹੈ, ਕੁਝ ਬਣਨੇ ਦੀ ਚਾਹ ਹੈ, ਲੇਕਿਨ ਮੇਰੀ ਚਾਹ ਤਾਂ ਉਸੇ ਤਰ੍ਹਾਂ ਖਤਮ ਹੋ ਜਾਂਦੀ ਜਿਵੇਂ ਪਾਣੀ 'ਚ ਬੁਲਬੁਲਾ ਉੱਠਦਾ ਹੈ, ਉੱਠਦਾ ਤੇ ਬਹਿ ਜਾਂਦਾ ਹੈ। ਇਹੋ ਜਿਹੀਆਂ ਕਵਿਤਾਵਾਂ ਸੀਗੀਆਂ ਕੁਲਦੀਪ ਜੀ ਕੁਛ ਜਿਹੜੀਆਂ ਕਿ ਮਤਲਬ ਬਾਅਦ 'ਚ ਕਿਤਾਬਾਂ ਦਾ ਰੂਪ ਲੈ ਕੇ ਹੌਲੀ ਹੌਲੀ ਜਿਵੇਂ ਉਹਦੇ ਵਿੱਚੋਂ ਹਾਂਜੀ ਫਿਰ ਇਹ ਕਵਿਤਾ ਥੋੜੀ ਜਿਹੀ ਮੈਨੂੰ ਲੱਗਦਾ ਹੁੰਦਾ ਜਿਵੇਂ ਜਿਵੇਂ ਮਾਹੌਲ ਬਦਲਦਾ ਹੈ, ਜਿਵੇਂ ਜਿਵੇਂ ਤੁਸੀਂ ਬਦਲਦੇ ਹੋ, ਕਵਿਤਾ ਵੀ ਤੁਹਾਡੀ ਨਾਲ ਨਾਲ ਬਦਲਦੀ ਰਹਿੰਦੀ ਹੈ। ਪਹਿਲਾਂ ਇਹੋ ਜਿਹੀਆਂ ਕਵਿਤਾਵਾਂ ਸੀਗੀਆਂ, ਫਿਰ ਥੋੜੀ ਜਿਹੀ ਕਵਿਤਾ ਨੇ ਹੋਰ ਰੰਗ ਬਦਲਿਆ। ਮੈਂ ਵੱਡੀ ਹੋਈ, ਵਿਆਹੀ ਗਈ, ਤੂੰ ਆਸ਼ੀਰਵਾਦ ਦਿੰਦੀ ਧੀਏ, ਕੌੜੀ ਵੇਲ ਵਾਂਗੂ ਬਣੀ, ਤੈਨੂੰ ਕੀ ਪਤਾ ਮਾਂ ਲਹਾਰ ਤਾਂ ਵੇਲ ਨੂੰ ਕੱਟਣ ਲਈ ਪਹਿਲਾਂ ਹੀ ਕੈਂਚੀਆਂ ਕਰੀ ਬੈਠੇ ਸਨ ਤਿਆਰ। ਤੇ ਪਤੀ ਮਰਦ ਹੋਣ ਦਾ ਹੱਕ ਜਤਾਉਂਦਾ ਤੇ ਉਸਦੇ ਮਾਪੇ ਪੁੱਤ ਵਾਲੇ ਹੋਣ ਦਾ। ਰੋਜ਼ ਸੂਈ ਦੇ ਨੱਕੇ ਵਿੱਚੋਂ ਲੰਘਦੀ ਤਾਂ ਮਾਂ ਮੈਂ ਤੇਰੇ ਧੋਖ ਦੇ ਹੋਕਿਆਂ ਤੇ ਗੋਲ ਲਾਂਗੂ ਨਾ ਲਾਉਂਦੀ ਤਾਂ ਕੀ ਕਰਦੀ, ਪਰ ਕਿੱਥੋਂ ਮਾਂ ਤੈਨੂੰ ਭੈਣ ਹੀ ਲੱਗ ਹੀ ਜਾਂਦੀ। ਮਾਂ ਰੱਬ ਨਹੀਂ ਕਰਦਾ, ਬੰਦਾ ਹੀ ਬੰਦੇ ਨਾਲ ਕਰਦਾ, ਫਿਰ ਵਿਚਾਰਾ ਰੱਬ ਉੱਥੇ ਕੀ ਕਰੇ। ਜਦੋਂ ਧੀ ਦੀਆਂ ਉਡਾਰੀਆਂ ਅਸਮਾਨਾਂ ਨੂੰ ਲੱਗੀਆਂ, ਫਿਰ ਮਾਂ ਕਹਿੰਦੀ ਹੇ ਰੱਬਾ ਜਿੱਦਾਂ ਮੇਰੀ ਗਰੀਬਣੀ ਦੀ ਸੁਣੀ ਤਾਂ ਸਾਰਿਆਂ ਦੀ ਸੁਣੀ। ਤੇ ਮਾਂ ਹੁਣ ਮੈਨੂੰ ਲੱਗਦਾ ਹੈ ਇਹ ਸਾਰੇ ਰੋਣੇ ਧੋਣੇ ਮੇਰੀ ਆਪਣੀ ਧੀ ਨਹੀਂ ਸੁਣੇਗੀ, ਮੇਰੀ ਧੀ ਅੱਜ ਦੇ ਸਮਾਜ ਨਾਲ ਤੁਰੇਗੀ, ਟੱਕਰਾ ਕਰੇਗੀ, ਵਿਰੋਧ ਕਰੇਗੀ, ਇਨਸਾਨ ਹੋਣ ਦਾ ਰੁਤਬਾ ਸਮਝੇਗੀ ਤੇ ਸਮਝਾਏਗੀ, ਆਪਣੀ ਕਿਸਮਤ ਆਪ ਲਿਖੇਗੀ। ਤੇ ਇਹੋ ਜਿਹੀਆਂ ਕਵਿਤਾਵਾਂ ਕੁਲਦੀਪ ਜੀ ਫਿਰ ਕਵਿਤਾ ਨੇ ਰੰਗ ਹੋਰ ਥੋੜਾ ਜਿਹਾ ਬਦਲਿਆ। ਫਿਰ ਕਹਿਣ ਲੱਗ ਪਈ ਕੀ ਦੱਸਾਂ, ਫਿਰ ਕਵਿਤਾ ਨੇ ਥੋੜਾ ਜਿਹਾ ਹੋਰ ਰੰਗ ਬਦਲਿਆ। ਜੁਗਨੂ ਨੇ ਕੀਤੀ ਚਾਨਣੀ ਮੈਂ ਚਾਨਣ ਕਲਾਵੇ
ਭਰ ਲਿਆ, ਉਗਦੇ ਸੂਰਜ ਨੂੰ ਅਰਗ ਦੇ ਉਮਰਾਂ ਦਾ ਵਾਅਦਾ ਕਰ ਲਿਆ, ਡਰਦੀ ਸਾਂ ਐਵੇਂ ਅੱਗ ਤੋਂ ਸੂਰਜ ਨੂੰ ਤਲੀਏ ਧਰ ਲਿਆ, ਮੈਂ ਜਬ ਤੂੰ ਤਾਂ ਹੱਥੋਂ ਨਾ ਮਰੀ, ਮੈਂ ਜਿਉਂਦੇ ਜੀ ਹੀ ਮਰ ਲਿਆ, ਮੈਂ ਰੋਈਏ ਉੱਡਦੀ ਖੰਭੜੀ, ਮੇਰਾ ਕੇਸੂ ਪੱਲਾ ਫੜ ਲਿਆ। ਇਹੋ ਜਿਹੀਆਂ ਕਵਿਤਾਵਾਂ ਨੇ ਵੀ ਥੋੜਾ ਜਿਹਾ ਹੋਰ ਰੰਗ ਬਟਾ ਲਿਆ ਕੁਲਦੀਪ ਜੀ। ਫਿਰ ਮੈਂ ਕਹਿੰਦੀ ਹਾਂ ਮੈਂ ਬਹੁਤ ਕੁਝ ਕਰ ਸਕਦੀ ਹਾਂ, ਮੈਂ ਤਾਂ ਸੂਰਜ ਦੇ ਪਿੰਡੇ ਤੇ ਉਹ ਸ਼ਬਦ ਲਿਖਦੇ ਹਾਂ ਜੋ ਮੱਚ ਕੇ ਉਗੜਾਉਣਗੇ, ਰੋਹੀਆਂ ਦੀ ਬੰਜਰ ਜ਼ਮੀਨ ਦੇ ਹਿੱਕ ਉੱਤੇ ਅਲਸੀ ਦਾ ਨੀਲਾ ਫੁੱਲ ਲਗਾ ਦਿਆਂ, ਜੋ ਗੋਰੀ ਦੀ ਅੱਖ ਦੀ ਮਟਕ ਬਣੇ, ਮੈਂ ਇੱਕ ਰਿਸ਼ਮ ਹਨੇਰਿਆਂ ਨਾਲ ਲੜ ਸਕਦੀ ਹਾਂ, ਮੈਂ ਬਹੁਤ ਕੁਝ ਕਰ ਸਕਦੀ ਹਾਂ। ਕੁਲਦੀਪ ਜੀ ਇਹ ਵੀ ਲੰਬੀ ਕਵਿਤਾ ਹੈ, ਪਰ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਵੀ ਕਿਵੇਂ ਕਿਵੇਂ ਕਵਿਤਾ ਜਿਹੜੀ ਉਹਨੇ ਰੰਗ ਬਦਲਿਆ ਆਪਣਾ ਜੀ। ਔਰ ਕਵਿਤਾ ਨਿਰੰਤਰ ਚੱਲਦੀ ਗਈ, ਕਿਤੇ ਰੋਸਿਆਂ ਦੇ ਰੂਪ ਵਿੱਚ, ਕਿਤੇ ਨਹੋਰਿਆਂ ਦੇ ਰੂਪ ਦੇ ਵਿੱਚ, ਅੰਤਰਮਨ ਦੇ ਵਿੱਚ ਪੀੜ ਵੀ ਆਈ ਤੇ ਰੱਬ ਨਾਲ ਵੀ ਗਿਲੇ ਸ਼ਿਕਵੇ ਸੀ ਜਿਹੜੇ ਆਪਣੇ ਆਪ ਨਾਲ ਵੀ ਮਨੁੱਖ ਨੂੰ ਹੁੰਦੇ, ਉਹ ਸਾਰੀਆਂ ਚੀਜ਼ਾਂ ਅੰਤਰਮਨ ਦੀ ਪੀੜ ਇੱਕ ਫਿਰ ਹੌਲੀ ਹੌਲੀ ਕਿਤਾਬਾਂ ਦੇ ਰੂਪ ਵਿੱਚ ਆਈ, ਜਿੱਦਾਂ ਕਿ ਤੁਹਾਡੀਆਂ 3 ਕਿਤਾਬਾਂ ਛਪੀਆਂ, ਸਾਹਾਂ ਦੀ ਪੱਤਰੀ ਔਰ ਮੈਂ ਗ੍ਰੀਸ਼ਮ ਤੂੰ ਕਦ ਬਿਰਹਾ, ਤੇ ਹੁਣ ਰੀਸੈਂਟਲੀ ਜਿਹੜਾ ਮਤਲਬ ਇੱਕ ਬਹੁਤ ਵੱਡਾ ਅੰਦੋਲਨ ਕਿਸਾਨੀ ਅੰਦੋਲਨ ਚੱਲ ਰਿਹਾ, ਉਹਨੂੰ ਵੀ ਲੈ ਕੇ ਅਸੀਂ ਕਿਤਾਬ ਐਡਿਟ ਕੀਤੀ। ਤਾਂ ਮੈਂ ਸਮਝਦਾ ਕਿ ਇਹ ਸਾਰੇ ਪ੍ਰਕਿਰਿਆ ਦੇ ਵਿੱਚ ਤੁਸੀਂ ਇੱਕ ਸ਼ਾਇਰਾ ਬਣ ਗਏ, ਇੱਕ ਸਾਹਿਤਕਾਰਾ ਬਣ ਗਏ। ਇੱਕ ਜਦੋਂ ਸਾਹਿਤਕਾਰ ਬਣਦਾ ਇਨਸਾਨ ਤਾਂ ਫਿਰ ਉਹਦੇ ਅੰਦਰ ਇੱਕ ਸਮਾਜਿਕ ਜ਼ਿੰਮੇਵਾਰੀ ਵੀ ਹੁੰਦੀ ਆ, ਹੈ ਨਾ। ਉਰਦੂ ਦਾ ਇੱਕ ਸ਼ੇਅਰ ਹੈ ਕਿ तुझको तो सिर्फ घराने की फिक्र है, शायर हूँ मैं, मुझको सारे जमाने की फिक्र है। क्योंकि फिर वो सारे जमाने की गल करता ते किदां दा हंगारा रहा किताबां नूं और किदां दा ये अनुभव सारा ये सारी फिक्र है की महसूस करते हैं। ਮੈਨੂੰ ਮਹਿਸੂਸ ਇਹ ਹੁੰਦਾ ਆ ਕੁਲਦੀਪ ਜੀ, ਜਿਵੇਂ ਮੈਂ ਆਪਣੇ ਆਪ ਦੁਆਲੇ ਨਹੀਂ ਘੁੰਮੀ, ਮੈਂ ਸਮਾਜ ਦੀ ਗੱਲ ਕਰਦੀ ਹਾਂ। ਜੇ ਮੇਰੀ ਕਵਿਤਾ ਦੇ ਵਿੱਚ ਮੈਂ ਧੀ ਦੀ ਗੱਲ ਕਰਦੀ ਹਾਂ, ਮੈਂ ਬਾਹਰ ਜੇ ਧੀ ਨਾਲ ਕੋਈ ਵਿਰੋਧ ਹੋ ਰਿਹਾ ਹੈ, ਕੋਈ ਸਮਾਜ ਦੇ ਵਿੱਚ ਕੁਝ ਵਾਪਰਦਾ ਹੈ, ਕੋਈ ਘਟਨਾ ਆ, ਉਹਦੀ ਗੱਲ ਕਰਦੀ ਹਾਂ। ਮੈਂ ਆਪਣੇ ਆਪ ਦੇ ਉੱਤੇ ਦਾਇਰੇ ਦੇ ਉੱਤੇ ਜਿਵੇਂ ਨਹੀਂ ਉੱਤੇ ਰੱਖਿਆ, ਮੇਰੀ ਕਵਿਤਾ ਜਿਹੜੀ ਆ ਉਹ ਤੇ ਪਾਠ ਦੀ ਗੱਲ ਉਹਨੇ ਕੀਤੀ ਆ। ਲੋਕਾਂ ਦਾ ਹੰਗਾਰਾ ਬਹੁਤ ਵਧੀਆ ਮਿਲਿਆ, ਬਹੁਤ ਪਿਆਰ ਕਰਦਾ ਹੈ। ਜਦੋਂ ਇੱਥੇ ਵੀ ਆਉਂਦੇ ਆ ਤੇ ਲੋਕੀ ਪੱਬਾਂ ਭਾਰ ਚੱਕ ਲੈਂਦੇ ਆ ਤੇ ਉੱਥੇ ਵੀ ਕੰਮ ਕਰੀਦਾ ਹੈ ਤੇ ਫਿਰ ਵਧੀਆ ਲੱਗਦਾ ਹੈ। ਇੱਕ ਬੜਾ ਮਤਲਬ ਮੇਰੇ ਸਵਾਲ ਖੋਲਦਾ ਕਾਫੀ ਸਮੇਂ ਤੋਂ ਕਿ ਜਿਹੜੀ ਨਾਰੀ ਕਵਿਤਾ ਹੈਗੀ ਹੈ ਜਾਂ ਮੋਸਟਲੀ ਔਰਤਾਂ ਅੱਜ ਕੱਲ੍ਹ ਕਵਿਤਾ ਸਿੱਖ ਰਹੀਆਂ, ਉਹ ਇੱਕ ਵਲਗਨ ਦਾ ਸ਼ਿਕਾਰ ਆ, ਹੈ ਨਾ। ਉਹ ਚੁੱਲ੍ਹੇ ਚੌਂਕੇ ਤੋਂ ਲੈ ਕੇ ਔਰਤ ਲਈ ਆਜ਼ਾਦੀ ਦੇ ਜਿਹੜੇ ਅਰਥ ਆ, ਜਿਹੜੀ ਔਰਤ ਸਮਝਦੀ ਹੈ ਉਹ ਸਿਰਫ ਇਹੀ ਸਮਝਦੀ ਜਦੋਂ ਤੁਸੀਂ ਵਿਦੇਸ਼ ਬੈਠੇ ਤਾਂ ਉਹਨਾਂ ਨੂੰ ਇਹ ਲੱਗਦਾ ਜੇ ਅਸੀਂ ਆਊਟ ਆਫ ਇੰਡੀਆ ਚ ਰਹੇਂਗਾ ਤਾਂ ਸਾਡੀ ਪੂਰਨ ਆਜ਼ਾਦੀ ਆ। ਪਰ ਅਸਲ ਦੇ ਵਿੱਚ ਕੀ ਆ ਕਿ ਉਹਨਾਂ ਨਜ਼ਰਾਂ ਤੋਂ ਵੀ ਸਾਨੂੰ ਆਜ਼ਾਦੀ ਚਾਹੀਦੀ ਆ, ਜਿਹੜੀਆਂ ਨਜ਼ਰਾਂ ਅੱਜ ਵੀ ਔਰਤ ਨੂੰ ਤਾੜਦੀਆਂ ਨੇ। ਮਤਲਬ ਉਹਦੀ ਜਿਹੜੀ ਕਵਿਤਾ ਹੈਗੀ ਆ ਉਹ ਉੱਥੇ ਰਹਿੰਦੀ ਆ, ਇੱਕ ਵਲਗਨ ਦੇ ਵਿੱਚ, ਇੱਕ ਦਾਇਰੇ ਦੇ ਵਿੱਚ ਆ। ਔਰ ਇਹੀ ਕਾਰਨ ਕਿ ਵਿਸ਼ਵ ਕਲਾਸਿਕ ਸਾਹਿਤ ਜਿਹੜਾ ਹੈਗਾ ਉਹ ਅੱਗੇ ਆ, ਉਸ ਤਰ੍ਹਾਂ ਦੀ ਸਾਥੋਂ ਕਵਿਤਾ ਨਹੀਂ ਸਿਰਜੀ ਗਈ। ਕੀ ਕਾਰਨ ਮੰਨਦੇ ਹੋ ਇਸ ਦਾ ਵੀ ਔਰਤਾਂ ਜ਼ਿਆਦਾ ਚੇਤਨ ਨਹੀਂ ਹੈਗਾ, ਪੜ੍ਹਨਾ ਨਹੀਂ ਹੈਗੀ, ਕੀ ਕਾਰਨ ਮੰਨਦੇ ਇਹਦੇ ਵਿੱਚ? ਜਿਵੇਂ ਅਸੀਂ ਭਾਵੇਂ ਬਹੁਤ ਦੇਸ਼ਾਂ ਦੇ ਵਿੱਚ ਔਰਤ ਚਲੇ ਗਈ ਆ, ਬਹੁਤ ਪੜ੍ਹ ਲੈ ਗਈ ਆ, ਪਰ ਜਿਹੜੀ ਸੋਚ ਆ ਅਸੀਂ ਭਾਵੇਂ ਉੱਥੇ ਵੀ ਚਲੇ ਗਏ ਆ ਪਰ ਸੋਚ ਸਾਡੀ ਨਾਲ ਹੀ ਗਈ ਆ, ਹਨਾ। ਅਸੀਂ ਬਹੁਤ ਸੰਕੀਰਣ ਸੋਚ ਦੇ ਮਾਲਕ ਧਾਰਨੀ ਅਸੀਂ ਹਮੇਸ਼ਾ ਹੀ ਰਹੇ ਆ। ਇਹਦਾ ਮੈਨੂੰ ਸ਼ਿਕਵਾ ਵੀ ਅਸੀਂ ਬਦਲ ਨਹੀਂ ਰਹੇ। ਜੇ ਔਰਤ ਲਿਖਦੀ ਆ ਜਾਂ ਬਾਹਰ ਹੋ ਕੇ ਗੱਲ ਕਰਦੀ ਹੈ ਜਾਂ ਸਟੇਜਾਂ ਤੇ ਗੱਲ ਕਰਦੀ ਆ, ਉਹਨੂੰ ਫਿਰ ਬਾਗੀ ਕਹਿ ਦਿੱਤਾ ਜਾਂਦਾ, ਬਾਗੀ ਕਰਾਰ ਦੇ ਦਿੱਤਾ ਜਾਂਦਾ ਆ। ਪਰ ਔਰਤ ਜਿਹਨੇ ਕੰਮ ਕਰਨਾ ਉਹਨੇ ਤਾਂ ਕਰਨਾ ਹੀ। ਜਿਹੜੇ ਸਾਡੀਆਂ ਪੇਂਡੂ ਔਰਤਾਂ ਵੀ ਹੈ ਨਾ, ਔਰਤ ਦੀ ਜਿਵੇਂ ਕਹਿੰਦੇ ਨੇ ਦੁਸ਼ਮਣ ਆ, ਸਾਡੀ ਔਰਤ ਹੀ ਔਰਤ ਨੂੰ ਪਿੱਛੇ ਲਾ ਰਹੀ ਹੈ ਵੀ ਇਹ ਕਿਵੇਂ ਜਦੋਂ ਗੱਲ ਵੀ ਕਰਦੀ ਆ ਬਾਹਰ ਜਾ ਕੇ ਉਹ ਵੀ ਔਰਤ ਕਰਦੀ ਹੈ ਤੇ ਇਹ ਕਿਵੇਂ ਕਰ ਸਕਦੀ ਹੈ, ਇਹ ਕਿਉਂ ਕਰਦੀ ਆ, ਹਨਾ। ਹੁਣ ਔਰਤ ਨੂੰ ਇੱਕ ਤੌਕਾ ਜਿਹਾ ਉਹਦੇ ਮਨ ਦੇ ਵਿੱਚ ਰਹਿੰਦਾ ਆ ਵੀ ਹਨਾ, ਹਜੇ ਜਿਹੜੇ ਮੇਲ ਆ ਉਹਨਾਂ ਤੇ ਕਰਨਾ ਹੀ ਕਰਨਾ ਆ ਨਾ। ਇਹ ਜਿੰਨਾ ਚਿਰ ਔਰਤ ਹੀ ਔਰਤ ਨੂੰ ਨਹੀਂ ਸਮਝੇਗੀ ਉਹਨਾਂ ਚਿਰ ਮੈਨੂੰ ਲੱਗਦਾ ਹੈ ਜਿਹੜੀ ਸੰਕੀਰਣਤਾ ਹੈ, ਜਿਹੜੀ ਸੋਚ ਹੈ ਸਾਡੀ ਉਹ ਬਦਲਣੀ ਨਹੀਂ ਹੈਗੀ, ਥੋੜਾ ਟਾਈਮ ਲੱਗੂਗਾ। ਹਾਂਜੀ ਹਾਂਜੀ, ਇਸ ਘੇਰੇ ਨੂੰ ਤੋੜਨ ਦੀ ਲੋੜ ਹੈ। ਉਹ ਹਾਂ, ਘੇਰੇ ਨੂੰ ਤਾਂ ਬਿਲਕੁਲ ਕੁਲਦੀਪ ਜੀ, ਸਾਡੀਆਂ ਜਿਹੜੀਆਂ ਭੈਣਾਂ ਬੀਬੀਆਂ ਆ ਉਹ ਥੋੜਾ ਜਿਹਾ ਸਾਹਿਤ ਵੱਲ ਤਾਂ ਘੱਟ ਜਾਂਦੀਆਂ। ਜੇ ਕਿਤੇ ਤੀਆਂ, ਮੈਂ ਨਹੀਂ ਕਹਿੰਦੀ ਵੀ ਤੀਆਂ ਜਿਹੜੇ ਮੇਲੇ ਆ ਉਹਦੇ ਵਿੱਚ ਤੁਸੀਂ ਨਾ ਜਾਓ, ਪਰ ਉਧਰ ਤਾਂ ਸਾਨੂੰ ਬੰਗਾ ਚੂੜੀਆਂ ਸ਼ੌਂਕ ਜਿਹੜੇ ਆ ਸਾਨੂੰ, ਇਹ ਬਾਹਰੋਂ ਸਮਾਜ ਦੀ ਵੀ ਸਾਨੂੰ ਕੰਮ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਸ਼ਿੰਗਾਰਨਾ ਬਹੁਤ ਸੋਹਣੀ ਗੱਲ ਆ, ਆਪਣੇ ਆਪ ਨੂੰ ਕਰਨਾ, ਪਰ ਬਾਹਰ ਕੀ ਹੋ ਰਿਹਾ ਆ ਉਹਦੇ ਵੱਲ ਵੀ ਝਾਤ ਮਾਰਨ ਦੀ ਲੋੜ ਆ, ਸਮਾਜ ਵੱਲ ਵੀ ਦੇਖਣ ਦੀ ਲੋੜ ਆ। ਜੀ, ਤੁਹਾਡੀ ਸਾਹਿਤ ਵਿੱਚ ਵੀ ਤਾਂ ਕਵਿਤਾ ਰਹੀ ਆ ਤੇ ਵਿਆਕਰਨਕ ਤੌਰ ਤੇ ਜੇ ਗੱਲ ਕਰੀਏ ਤਾਂ ਕਵਿਤਾ ਇੱਕ ਫੀਮੇਲ ਜੈਂਡਰ ਤੇ ਔਰਤ ਮੈਂ ਸਮਝਦਾ ਵੱਧ ਸੰਵੇਦਨਸ਼ੀਲ ਹੁੰਦੀ ਆ, ਕਿਉਂਕਿ ਔਰਤ ਇੱਕ ਜ਼ਿਆਦਾ ਮਹਿਸੂਸ ਸਕਦੀ ਹੈ, ਅਹਿਸਾਸ ਭਾਵ
ਜ਼ਿਆਦਾ ਹੁੰਦੇ ਆ ਮਰਦ ਦੇ ਕੰਦੇ ਆ, ਕਿਉਂਕਿ ਮਰਦ ਹਮੇਸ਼ਾ ਹੀ ਹਾਰਡ ਵਰਕਰ ਤੌਰ ਤੇ ਆਪਾਂ ਦੇਖਦੇ ਹਾਂ। ਤੇ ਕੀ ਸਮਝਦੇ ਔਰਤ ਤੇ ਕਵਿਤਾ ਵਿੱਚ ਕੀ ਸਾਂਝ ਹੈਗੀ ਆ? ਸਾਂਝ ਮੈਨੂੰ ਲੱਗਦਾ ਮੈਂ ਕਰਕੇ ਔਰਤ ਆ, ਜਦੋਂ ਵੀ ਮੈਂ ਗੱਲ ਕਰਦੀ ਆ, ਜੇ ਸਮਾਜ ਦੀ ਵੀ ਕਰਦੀ ਆ ਤੇ ਔਰਤ ਵੱਲ ਦੀ ਹੋ ਕੇ ਕਰਦੀ ਆ। ਮੈਨੂੰ ਲੱਗਦਾ ਹੁੰਦਾ ਕਿ ਮੈਂ ਘੜੀ ਮੁੜੀ ਤੁਰ ਫਿਰ ਕੇ ਕਿਉਂ ਔਰਤ ਦੇ ਉੱਤੇ ਆ ਕੇ ਮੇਰੀ ਕਵਿਤਾ ਟਿਕ ਜਾਂਦੀ ਆ, ਇਹ ਮੈਂ ਆਪ ਵੀ ਹੈਰਾਨ ਹੁੰਦੀ ਆ। ਫਿਰ ਮੈਂ ਹਾਰ ਕੇ ਮੇਰੀ ਸਟੇਜ ਤੇ ਕਹਿਣਾ ਹੀ ਪੈਂਦਾ ਮੈਂ ਇੱਕ ਔਰਤ ਆ ਤੇ ਔਰਤ ਦੀ ਗੱਲ ਹੀ ਕਰੂੰਗੀ। ਤੇ ਇਹ ਮੈਨੂੰ ਵੀ ਥੋੜਾ ਜਿਹਾ ਆਪਣੇ ਆਪ ਤੇ ਲੱਗਦਾ ਹੈ ਕਿ ਮੈਂ ਔਰਤ ਦੇ ਵਿੱਚੋਂ ਬਾਹਰ ਕਿਉਂ ਨਹੀਂ ਨਿਕਲ ਰਹੀ। ਜੇ ਮੈਂ ਗੱਲ ਸਮਾਜ ਦੀ ਵੀ ਕਰਦੀ ਆ, ਲੋਕਾਂ ਦੀ ਗੱਲ ਕਰਦੀ ਆ, ਤੇ ਔਰਤ ਦੇ ਉੱਤੇ ਆ ਕੇ ਕਿਉਂ ਟਿਕ ਜਾਂਦੀ ਹੈ। ਬਹੁਤੀਆਂ ਕਵਿਤਾ ਤੁਹਾਨੂੰ ਲੱਗੂਗੀਆਂ ਸਾਰੀਆਂ ਵੀ ਹਰ ਇੱਕ ਕਿਤਾਬ ਨੂੰ ਤੁਸੀਂ ਜਿਹਨੂੰ ਮਰਜ਼ੀ ਮੇਰੀ ਪੜ੍ਹ ਲਓ ਤੇ ਉਹ ਔਰਤ ਦੇ ਵਿੱਚੋਂ ਹੀ ਹੋ ਕੇ ਨਿਕਲਦੀ ਹੈ। और एक गूढ़ी सांझ है जी कि मैं कहना रेल की पटरी की सांझ बिल्कुल नाल ना रहंदी, निरंतर सफर करती है औरत ते कविता बराबर सफर करदी ਤੁਹਾਡੀ ਸ਼ਾਇਰੀ ਬਰਾਬਰ ਚੱਲਦੀਆਂ ਹੈ। ਕਿ ਜਿਵੇਂ ਮੈਂ ਕਹਿੰਦੀ ਹੁੰਦੀ ਆ ਵੀ ਆਦਮੀ ਮਰਦ ਤੇ ਔਰਤ ਜਿਹੜੇ ਆ ਇੱਕ ਰੱਥ ਦੇ ਦੋ ਪਹੀਏ ਆ ਹਨਾ, ਉਹ ਇੱਕ ਦੂਜੇ ਤੋਂ ਬਗੈਰ ਇੱਕ ਵੀ ਜੇ ਪਹੀਆ ਲੱਗ ਜਾਂਦਾ ਤਾਂ ਡਾਵਾਡੋਲ ਹੋ ਜਾਂਦਾ ਆ। ਤੇ ਇਵੇਂ ਜਿਹੜੀ ਕਵਿਤਾ ਹੈ ਤੇ ਫਿਰ ਉਹਦੀ ਸਾਂਝ ਉਹਦੇ ਵਾਂਗੂ ਹੀ ਆ। ਕਵਿਤਾ ਤੋਂ ਬਗੈਰ ਜਿਹੜੀ ਔਰਤ ਆ ਅਧੂਰੀ ਆ ਤੇ ਔਰਤ ਕਵਿਤਾ ਨਹੀਂ। ਸ੍ਰੀ ਪੱਤਰ ਸਾਹਿਬ ਦਾ ਇੱਕ ਸ਼ੇਅਰ ਹੈ ਕਿ ਉਹ ਮੈਨੂੰ ਰਾਗ ਤੋਂ ਵੈਰਾਗ ਤੀਕਰ ਜਾਣਦਾ ਹੈ, ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ। ਤੇ ਪ੍ਰਵਾਸ ਦਾ ਕਿਸ ਤਰ੍ਹਾਂ ਰੰਗ ਰਿਹਾ ਤੁਹਾਡੀ ਸ਼ਾਇਰੀ ਉੱਤੇ? ਪ੍ਰਵਾਸ ਨੂੰ ਤਾਂ ਮੈਂ ਕੁਲਦੀਪ ਜੀ ਜਿਵੇਂ ਹਨਾ ਕਹਿੰਦੇ ਹੁੰਦੇ ਆ ਵੀ ਉੱਥੇ ਔਰਤਾਂ ਕਈ ਵਾਰੀ ਉਹਨਾਂ ਨੂੰ ਜਾ ਕੇ ਬਸ ਉੱਥੇ ਹੀ ਰਹਿ ਜਾਂਦੀਆਂ ਆ ਹਨਾ। ਤੇ ਮੈਨੂੰ ਲੱਗਦਾ ਹੁੰਦਾ ਆ ਵੀ ਮੈਨੂੰ ਤਾਂ ਉਹਦੇ ਵਿੱਚ ਮੈਂ ਆਪਣਾ ਪ੍ਰਵਾਸ ਹੰਢਾਇਆ ਨਹੀਂ ਹੈਗਾ, ਮੈਂ ਉਹਦੇ ਵਿੱਚ ਜਿਉਂ ਹੀ ਆ ਹਨਾ। ਤੇ ਇੱਕ ਕਵਿਤਾ ਦੀ ਮੈਂ ਸਾਂਝ ਉਹਦੇ ਨਾਲ ਤੁਸੀਂ ਮੈਂ ਕਿਵੇਂ ਆਪਣੀ ਉਸ ਦੇਸ਼ ਨੂੰ ਆਪਣੇ ਕੋਲ ਕਿੱਦਾਂ ਢਾਲਿਆ, ਜਿਵੇਂ ਤੁਹਾਨੂੰ ਕਵਿਤਾ ਦਾ ਹੀ ਥੋੜਾ ਜਿਹਾ ਦੱਸਦੀ ਹਾਂ ਜੀ। ਬਦਲਾਵ ਪੱਥਰਾਂ ਦਾ ਸ਼ਹਿਰ, ਜਿਹਨੂੰ ਅਕਸਰ ਹੀ ਲੋਕ ਕਹਿ ਦਿੰਦੇ ਆ ਪੱਥਰਾਂ ਦਾ ਸ਼ਹਿਰ। ਪੱਥਰਾਂ ਦਾ ਸ਼ਹਿਰ ਹੁਣ ਉਹ ਸ਼ਹਿਰ ਪੱਥਰਾਂ ਦਾ ਸ਼ਹਿਰ ਨਹੀਂ ਰਹਿ ਗਿਆ, ਹੁਣ ਉਸ ਨੂੰ ਮੈਂ ਢਾਲ ਲਿਆ ਹੈ ਆਪਣੇ ਮੁਤਾਬਕ, ਆਪਣੀ ਸੋਚ ਮੁਤਾਬਕ, ਆਪਣੇ ਹੁਨਰ ਮੁਤਾਬਕ। ਉੱਥੋਂ ਦੇ ਰੁੱਖ ਗਾਉਂਦੇ ਨੇ ਸੁਰਤਾਲ ਵਿੱਚ, ਮਜ਼ਾਲ ਕੇ ਉਹਨਾਂ ਦੀ ਲੈ ਟੁੱਟ ਜਾਵੇ ਤੇ ਟਾਹਣੀਆਂ ਨੱਚ ਨੱਚ ਧਰਤੀ ਪੈਰ ਬਣਾਉਂਦੀਆਂ ਨੇ। ਜਦੋਂ ਥਿਰਕਦੇ ਨੇ ਉਹਨਾਂ ਦੇ ਪੈਰ, ਲਾ ਆਉਂਦੀਆਂ ਨੇ ਉਂਗਲਾਂ ਦਾ ਝੂਟਾ, ਸੁਲਗਦੇ ਪੈਰਾਂ ਨੂੰ ਦਿੰਦੀਆਂ ਨੇ ਝੂਟਾ, ਜਿਸ ਦੀ ਸ਼ਣਕਾਰ ਨਾਲ ਉਹ ਝੂਮ ਉੱਠਦਾ ਹੈ। ਉੱਥੋਂ ਦੀਆਂ ਪੌਣਾ ਸੁਣਾਉਂਦੀਆਂ ਨੇ ਰਹਿਨੁਮਾਈ ਦਾ ਪਾਠ, ਚਾਵਾਂ ਦਾ ਅਰਗ ਦਿੰਦੀਆਂ ਨੇ ਉੱਥੋਂ ਦੀ ਸਰਗੀ ਨੂੰ। ਹਰ ਮੋੜ ਤੇ ਛੋਟੀਆਂ ਨਦੀਆਂ ਦੇ ਕਿਨਾਰਿਆਂ ਤੇ ਉੱਗੀਆਂ ਝਾੜੀਆਂ ਮਨ ਨੂੰ ਆਕਰਸ਼ਿਤ ਕਰਦੀਆਂ ਨੇ। ਮਨ ਚੰਚਲ ਨੂੰ ਆਪਣੀ ਮੁਹੱਬਤ ਦੇ ਕੋਨੇ ਸਮੇਟ ਜਾਂਦੀ ਰੰਗੀਆਂ ਉਹ ਸਲਾਈਆਂ ਨਾਲ ਆਪਣੇ ਮਨ ਚੇਤਨ ਦਾ ਜਾਲ ਬੁਣਦੀਆਂ ਨੇ। ਹੇ ਮਹਿਰਮ ਮੈਂ ਗਾ ਆਈ ਹਾਂ ਉਹ ਪੱਥਰਾਂ ਦਾ ਸ਼ਹਿਰ, ਹੁਣ ਪੱਥਰਾਂ ਦਾ ਸ਼ਹਿਰ ਨਹੀਂ ਰਹਿ ਗਿਆ, ਉਸ ਨੂੰ ਮੈਂ ਢਾਲ ਲਿਆ ਆਪਣੇ ਮੁਤਾਬਕ, ਆਪਣੀ ਸੋਚ ਮੁਤਾਬਕ, ਆਪਣੇ ਹੁਨਰ ਮੁਤਾਬਕ। ਕੀ ਬਾਤ ਹੈ ਜੀ। ਕਵੀ ਦਾ ਇੱਕ ਸੁਭਾਅ ਹੁੰਦਾ ਕਿ ਉਹ ਜਦੋਂ ਕਿਤੇ ਵੀ ਜਾਂਦਾ, ਕਿਸੇ ਵੀ ਧਰਤੀ ਤੇ ਜਾਂਦਾ ਤਾਂ ਉਸੇ ਧਰਤੀ ਨੂੰ, ਉਸੇ ਪ੍ਰਕਿਰਤੀ ਨੂੰ, ਪੌਣ ਪਾਣੀ ਨੂੰ ਆਪਣੇ ਰੰਗ 'ਚ ਰੰਗ ਲੈਂਦਾ, ਆਪਣੇ ਨਾਲ ਉਹਦੇ ਨਾਲ ਇੱਕ ਮਿਕ ਹੋ ਜਾਂਦਾ। ਤੇ ਜਿੱਥੋਂ ਫਿਰ ਅਹਿਸਾਸ ਫੁੱਟਦੇ ਆ ਤੇ ਉਹ ਕਵਿਤਾ, ਕਹਾਣੀ, ਗਜ਼ਲ, ਗੀਤ ਜਾਂ ਫਿਰ ਕਾਬਲ ਕਰਦਾ। ਤੇ ਇਸ ਤਰ੍ਹਾਂ ਇੱਕ ਅਹਿਮ ਸਵਾਲ ਹੈ ਜੋ ਸਭ ਤੁਸੀਂ ਕਾਫੀ ਤੁਹਾਡਾ ਐਕਸਪੀਰੀਅੰਸ ਆ, ਤੁਸੀਂ ਕਿਤਾਬਾਂ ਵੀ ਲਿਖੀਆਂ ਔਰ ਦੇਸ਼ ਤੋਂ ਵਿਦੇਸ਼ ਤੱਕ ਤੁਸੀਂ ਕਾਨਫਰੰਸਾਂ ਵਿੱਚ ਹਿੱਸਾ ਵੀ ਲਿਆ ਔਰ ਕਲਮਾਂ ਦਾ ਕਾਫਲਾ ਹੈਗਾ ਕਿ ਲੰਮੇ ਸਮੇਂ ਤੋਂ ਸੰਸਥਾ ਚੱਲ ਰਹੀ ਹੈ, ਉਹਦੇ ਤੁਸੀਂ ਕੋਆਰਡੀਨੇਟਰ ਵੀ ਹੋ। ਗਰੁੱਪਿਜ਼ਮ ਹੈ, ਅਸੀਂ ਦੇਖਦੇ ਹਾਂ ਕਿ ਸਾਹਿਤ ਵਿੱਚ ਵੀ ਗਰੁੱਪਿਜ਼ਮ ਆ। ਪਹਿਲਾਂ ਅਸੀਂ ਦੇਖਦੇ ਸੀ ਕਿ ਸਿਰਫ ਰਾਜਨੀਤੀ ਵਿੱਚ, ਪਰ ਹੁਣ ਇਹ ਸਾਹਿਤ ਵਿੱਚ ਵੀ ਆ ਗਿਆ ਔਰ ਇਹਨੇ ਸਾਹਿਤ ਦਾ ਉਲਟਾ ਨੁਕਸਾਨ ਹੀ ਕੀਤਾ। ਕੀ ਕਾਰਨ ਮੰਨਦੇ ਹੋ ਔਰ ਕਿਵੇਂ ਬਚਿਆ ਜਾਵੇ ਨਵੇਂ ਸਾਹਿਤਕਾਰਾਂ ਵਾਸਤੇ? ਗਰੁੱਪਿਜ਼ਮ ਦੀ ਜੇ ਤੁਸੀਂ ਗੱਲ ਕਰਦੇ ਆ, ਇੱਧਰ ਵੀ ਸਾਨੂੰ ਉੱਥੇ ਬੈਠਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਆਹ ਬੰਦਾ ਜਿਹੜਾ ਇਸ ਘੜੇ ਦਾ ਆ, ਆਹ ਬੰਦਾ ਇਹਦੇ ਨਾਲ ਜੁੜਿਆ ਹੋਇਆ ਹੈ ਜੀ। ਤੇ ਉੱਥੇ ਥੋੜਾ ਜਿਹਾ ਘੱਟ ਆ ਕਿਉਂਕਿ ਅਸੀਂ ਹੈ ਉਨੇ ਕੁ ਜਾਣੇ ਆ। ਮੈਨੂੰ ਲੱਗਦਾ ਅਸੀਂ ਸਾਹਿਤਕ ਜਦੋਂ ਇਕੱਠੇ ਇੱਕ ਸ਼ਹਿਰ ਦੇ ਹੋ ਜਾਂਦੇ ਆ ਤੇ ਵੱਧ ਤੋਂ ਵੱਧ 30 ਤੁਸੀਂ ਲਾ ਲਓ ਇੰਨੇ ਕੁ ਹੋ ਜਾਵਾਂਗੇ ਇਕੱਠੇ। ਤੇ ਸਾਨੂੰ ਉਹ ਕਹਿੰਦੇ ਹੁੰਦੇ ਆ ਫਿਰ ਵੀ ਇਕੱਠੇ ਰਹਿਣਾ ਪੈਂਦਾ, ਜਿਵੇਂ ਮਰਜ਼ੀ ਅਸੀਂ ਲੜੇ ਰਹੀਏ। ਤੇ ਇੱਥੇ ਤੁਸੀਂ ਚੱਲ ਜਾਓ
ਕਹੋਗੇ ਵੀ ਇੱਕ ਸ਼ਹਿਰ ਨਹੀਂ ਦੂਜੇ ਸ਼ਹਿਰ 'ਚ ਚੱਲ ਜਾਓਗੇ ਹਨਾ। ਬਿਲਕੁਲ। ਸਾਨੂੰ ਅਸੀਂ ਉਨੇ ਕੁ ਬ੍ਰਹਮਪੁਰ ਦੀ ਧਰਤੀ ਦੇ ਆਲੇ ਦੁਆਲੇ ਸਾਡੇ ਸ਼ਹਿਰਾਂ ਦੇ ਆ, ਅਸੀਂ ਉੱਥੇ ਇਕੱਠੇ ਰਹਿਣਾ ਹੋਰ ਭਾਵੇਂ ਲੜੀਏ ਤਾਂ ਭਾਵੇਂ ਭੁੱਲੀਏ, ਪਰ ਇਕੱਠਿਆਂ ਨੇ ਜਿਹੜੀ ਉਹ ਕਵਿਤਾ ਇੱਕ ਸਾਂਝ ਜਿਹੜੀ ਆ ਸਾਡੀ ਉੱਥੇ ਬਣੀ ਹੋਈ ਆ। ਜੀ। ਤੇ ਥੋੜਾ ਜਿਹਾ ਫਰਕ ਹੈਗਾ ਇੱਥੇ ਦੇ ਨਾਲੋਂ ਜਿਹੜੀ ਆ ਗਰੁੱਪਿਜ਼ਮ ਦਾ ਥੋੜਾ ਜਿਹਾ ਉੱਥੇ ਨਾਲੋਂ ਇੱਥੇ ਨਾਲੋਂ ਤਾਂ ਥੋੜਾ ਜਿਹਾ ਘੱਟ ਹੈਗਾ। ਘੱਟ ਹੈਗਾ ਆ। ਪਰ ਇਹ ਕੁੱਲ ਮਿਲਾ ਕੇ ਸ਼ਾਇਦ ਦਾ ਨੁਕਸਾਨ ਹੀ ਕਰਦਾ ਹੈ। ਨੁਕਸਾਨ ਤਾਂ ਬਿਲਕੁਲ ਬਹੁਤ ਵੱਡਾ ਕਰਦਾ ਹੈ, ਕਿਉਂਕਿ ਅਸੀਂ ਜਿਵੇਂ ਇੱਕ ਧੜੇ ਨੂੰ ਚੱਕੀ ਜਾਂਦੇ ਆ ਫਿਰ, ਬਿਲਕੁਲ। ਤੇ ਜਿਹੜਾ ਉਹ ਲਿਖਣ ਵਾਲਾ ਹੈ ਦੂਸਰੇ ਦੀ ਗੱਲ ਹੀ ਨਹੀਂ ਕਰਦੇ। ਮੈਨੂੰ ਲੱਗਦਾ ਇਹ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਕਵਿਤਾ ਨੂੰ ਹੀ ਸਮਝਣਾ ਚਾਹੀਦਾ, ਉਹ ਬੰਦੇ ਨੂੰ ਪਾਸੇ ਰੱਖ ਦੇਣਾ ਚਾਹੀਦਾ ਹੈ ਤੇ ਉਹਦੀ ਕਵਿਤਾ ਨੂੰ ਪਾਸੇ ਰੱਖਣਾ ਚਾਹੀਦਾ, ਉਹਦੀ ਲੇਖਣੀ ਨੂੰ ਪਾਸੇ ਕਰਕੇ ਤੇ ਸਾਨੂੰ ਉਹ ਜਿਹੜਾ ਆ ਸਾਹਿਤ ਦੀ ਗੱਲ ਹੀ ਕਰਨੀ ਚਾਹੀਦੀ ਹੈ, ਫਿਰ ਹੀ ਅਸੀਂ ਕੁਝ ਕਰ ਸਕਦੇ ਹਾਂ। ਨਹੀਂ ਤਾਂ ਇਹ ਬਹੁਤ ਨੁਕਸਾਨ ਹੋ ਰਿਹਾ ਹੈ, ਬਿਲਕੁਲ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਜੀ। ਕਿਉਂਕਿ ਜਦੋਂ ਇੱਕ ਧੜੇ ਦੇ ਵਿੱਚ ਵੱਜ ਜਾਂਦੇ ਆ ਤੇ ਫਿਰ ਉਹ ਦੂਸਰਾ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਹੈਗਾ, ਉਹ ਕਵਿਤਾ ਜਾਂ ਉਹ ਸਾਹਿਤ ਜਿਹੜਾ ਉਹ ਦੱਬਿਆ ਜਾਂਦਾ ਹੈ। ਹਾਂ, ਔਰ ਇਹ ਨਿਆਰੀ ਚੀਜ਼ਾਂ ਬਾਹਰ ਨਹੀਂ ਆਉਂਦੀ, ਨਿਆਰੀ ਚੀਜ਼ ਜਿਹੜੀ ਬਾਹਰ ਨਹੀਂ ਆਉਂਦੀ, ਕਿਉਂਕਿ ਬਹੁਤ ਵਧੀਆ ਜਿਹੜਾ ਲਿਖਣ ਵਾਲਾ ਆ ਫਿਰ ਸੋਹਣਾ ਜਿਹੜਾ ਲਿਖਦਾ ਆ ਉਹ ਪਿੱਛੇ ਧੱਕਿਆ ਜਾਂਦਾ ਹੈ ਤੇ ਫਿਰ ਗਰੁੱਪਿਜ਼ਮ ਜਿਹੜਾ ਆ ਵੀ ਉਹਨੇ ਭਾਵੇਂ ਉਹਦੀ ਮਾੜੀ ਚੀਜ਼ ਵੀ ਆ ਤੇ ਕਹਿਣਾ ਇਹਨੂੰ ਚੱਕ ਦਿਓ ਹਨਾ, ਤੇ ਉਹ ਮਾੜਾ ਰੁਝਾਨ। ਜੀ। ਤੇ ਉਹ ਸਭ ਤਕਰੀਬਨ ਇੱਕ ਦਹਾਕੇ ਤੋਂ ਤੁਸੀਂ ਕਵਿਤਾ ਦੇ ਉੱਤੇ ਹੱਥ ਅਜ਼ਮਾ ਰਹੇ ਹੋ ਤੇ ਹੁਣ ਰੀਸੈਂਟਲੀ ਗਜ਼ਲ ਉੱਤੇ ਵੀ ਹੱਥ ਅਜ਼ਮਾ ਰਹੇ ਹੋ। ਕਿੱਦਾਂ ਦਾ ਅਨੁਭਵ ਹੈ ਕਿ ਕੋਈ ਸਪੈਸ਼ਲ ਸਿੱਖਿਆ ਵੀ ਲੈ ਰਹੇ ਹੋ? ਕੋਈ ਗਜ਼ਲ ਦੇ ਪੈਰਾਮੀਟਰਸ ਜਿਹੜੀਆਂ ਬਹਿਰਾਂ ਬੰਦਿਸ਼ਾਂ ਹਨ ਜ਼ਰੂਰੀ ਨੇ, ਤੇ ਕਿੱਦਾਂ ਦਾ ਅਨੁਭਵ ਹੈ ਗਜ਼ਲ ਵਾਲਾ? ਮੈਨੂੰ ਲੱਗਦਾ ਹੁੰਦਾ ਜਦੋਂ ਆਪਾਂ ਕਵਿਤਾ ਲਿਖਦੇ ਹਾਂ ਤਾਂ ਉਹ ਤਾਂ ਇੱਕ ਆਮਦ ਹੁੰਦੀ ਆ, ਤੇ ਗਜ਼ਲ ਥੋੜੀ ਜਿਹੀ ਇਹ 'ਚ ਵਹਿਰ ਵਜ਼ਨ ਦਾ ਵੀ ਦੇਖਣਾ ਹੁੰਦਾ ਤੇ ਔਖੀ ਵਿਧਾ ਵੀ ਹੈਗੀ ਆ, ਪਰ ਜਦੋਂ ਇਹ ਥੋੜਾ ਜਿਹਾ ਆ ਜਾਂਦੀ ਆ ਤੇ ਸਮਝ ਪੈ ਜਾਂਦੀ ਆ, ਫਿਰ ਸੌਖੀ ਵੀ ਲੱਗਣ ਲੱਗ ਪੈਂਦੀ ਆ। ਪਰ ਜਦੋਂ ਇਹ ਤੇ ਆਪਾਂ ਹੱਥ ਅਜ਼ਮਾਉਂਦੇ ਆ, ਇਹਦੇ ਉੱਤੇ ਗੱਲ ਕਰਦੇ ਆ ਤੇ ਫਿਰ ਥੋੜੀ ਪਹਿਲਾਂ ਔਖੀ ਵੀ ਲੱਗਦੀ ਆ, ਪਰ ਸਰਲ ਵੀ ਬਹੁਤ ਸੋਹਣੀ ਲੱਗਦੀ ਆ ਜਦੋਂ ਸੁਣਦੇ ਵੀ ਆ, ਜਦੋਂ ਬੋਲੀ ਵੀ ਜਾਂਦੀ ਆ ਹਨਾ। ਫਿਰ ਕਵਿਤਾ ਵੀ ਨਾਲ ਮੇਰੀ ਤਾਂ ਚੱਲਦੀ ਆ ਤੇ ਗਜ਼ਲ ਵੀ ਮੇਰੀ ਹੁਣ ਨਾਲ ਚੱਲਦੀ ਆ, ਤੇ ਬਿਲਕੁਲ ਹੁਣ ਜਿਹੜੀ ਨਵੀਂ ਨਿਰਮੋਲ ਗਜ਼ਲਾਂ ਦੀ ਕਿਤਾਬ ਆ ਜ਼ਰੂਰ ਛੇਤੀ ਆ ਜਾਂਦੀ ਆ। ਜੀ ਚਲੋ ਜੀ, ਖੁਸ਼ਾਮਦੀਦ ਹੋ ਸਾਡੇ ਸਵਾਗਤ ਕਰਾਂਗੇ ਸਾਹਿਤ ਖੇਤਰ ਵਿੱਚ। ਤੇ ਹੁਣ ਕਵਿਤਾ ਚੰਗੀ ਲੱਗਦੀ ਕਿ ਗਜ਼ਲ ਚੰਗੀ ਲੱਗਦੀ? ਮੈਨੂੰ ਲੱਗਦਾ ਵੱਖਰੇ ਵੱਖਰੇ ਰੰਗ ਹੈ, ਜਿਵੇਂ ਹੁਣ ਗਜ਼ਲ ਵਾਲੇ ਜਿਵੇਂ ਤੁਸੀਂ ਹੁਣ ਗਜ਼ਲ ਲਿਖਦੇ ਆ, ਮੈਂ ਤੁਹਾਡਾ ਸਾਰਾ ਜਿਹੜਾ ਤੁਹਾਡੇ ਸਾਹਮਣੇ ਫਿਰ ਮੈਨੂੰ ਲੱਗਦਾ ਹੁੰਦਾ ਗਜ਼ਲ ਵਾਲੇ ਬੰਦੇ ਤੇ ਗਜ਼ਲ ਹੀ ਸੁਣਾਵਾਂ ਹਨਾ। ਜਦੋਂ ਕਵਿਤਾ ਵਾਲੇ ਉੱਥੇ ਲੱਗਦੇ ਹੁੰਦੇ ਆ ਵੀ ਇਹ ਥੋੜੀ ਜਿਹੀ ਕਵਿਤਾ ਇੱਥੇ ਸੁਣਾਉਣੀ ਚਾਹੀਦੀ ਹੈ ਨਾ। ਮੈਨੂੰ ਦੋਨੇ ਬਰਾਬਰ ਹੀ ਚੱਲਦੇ ਆ, ਪਰ ਕਹਿੰਦੇ ਹੁੰਦੇ ਦੇਖ ਕੇ ਆਪਾਂ ਥੋੜਾ ਜਿਹਾ ਚੇਂਜ ਕਰ ਲਈਦਾ, ਕਿਵੇਂ ਦਾ ਸੁਭਾਅ ਆ, ਮਾਹੌਲ ਕਿੱਦਾਂ ਦਾ, ਮਾਹੌਲ ਨੂੰ ਦੇਖ ਕੇ ਫਿਰ ਮੈਨੂੰ ਤਾਂ ਗਜ਼ਲ ਵੀ ਵਧੀਆ ਲੱਗਦੀ ਆ। ਤੇ ਜੀ ਚਲੋ ਸਾਡੇ ਸਟੂਡੀਓ 'ਚ ਹੁਣ ਸਾਡੇ ਇੱਕ ਗਜ਼ਲ ਸੁਣਾਓ। ਗਜ਼ਲ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਜੀ, ਜ਼ਰੂਰ ਤੁਹਾਡੇ ਦਰਸ਼ਕਾਂ ਦੇ, ਤੁਹਾਡੇ ਸਰੋਤਿਆਂ ਦੇ ਇੰਨੇ ਸੋਹਣੇ ਤੁਹਾਡੇ ਜਿਹੜੇ ਆ ਸਰੋਤੇ ਸਾਡੇ ਨਾਲ, ਦਰਸ਼ਕ ਸਾਡੇ ਨਾਲ ਜੁੜੇ ਆ ਜੀ। ਬਿਲਕੁਲ ਮੈਂ ਦੇ ਕੁਝ ਚੰਦ ਸ਼ੇਅਰ ਤੁਹਾਡੇ ਨਾਲ। ਜਦੋਂ ਹਲਕੀ ਜਿਹੀ ਹਲਚਲ ਵੀ ਹੁੰਦੀ ਪੱਥਰਾਂ ਅੰਦਰ, ਜਦੋਂ ਹਲਕੀ ਜਿਹੀ ਹਲਚਲ ਵੀ ਹੁੰਦੀ ਪੱਥਰਾਂ ਅੰਦਰ, ਉਦੋਂ ਕੁਝ ਧੜਕਦਾ ਹੈ ਸ਼ੀਸ਼ੇ ਦੇ ਘਰਾਂ ਅੰਦਰ। ਕੀ ਬਾਤ। ਮੁਸਾਫਰ ਜਿਸ ਵਿੱਚ ਲਾਉਂਦੇ ਸੀ ਹੁੰਦੇ ਰਾਤ ਨੂੰ ਮੇਲਾ, ਕਬੂਤਰ ਗੁੱਟਦੇ ਰਹਿੰਦੇ ਨੇ ਹੁਣ ਉਸੇ ਸਰਾਂ ਅੰਦਰ। ਵਾਹ ਵਾਹ, ਕੀ ਬਾਤ। ਕੁਲਦੀਪ ਜੀ ਬੜੇ ਹੀ ਸਿਰਫਰੇ ਹੁੰਦੇ ਕਿ ਇਹਨਾਂ ਆਸ਼ਕਾਂ ਦੇ ਤਾਂ, ਬੜੇ ਹੀ ਸਿਰਫਰੇ ਹੁੰਦੇ ਕਿ ਇਹਨਾਂ ਆਸ਼ਕਾਂ ਦੇ ਤਾਂ, ਲਹੂ ਦੀ ਥਾਂ ਮੁਹੱਬਤ ਦੌੜਦੀ ਹੈ ਅੰਦਰਾਂ ਅੰਦਰ। ਵਾਹ ਵਾਹ, ਕੀ ਬਾਤ ਹੈ। ਘਰਾਂ ਦੇ ਦੀਵਿਆਂ ਨੂੰ ਇਹ ਪਲਾਂ ਅੰਦਰ ਬੁਝਾ ਦਿੰਦੀ, ਜਦੋਂ ਵੀ ਲੰਘ ਆਉਂਦੀ ਹੈ ਹਵਾ ਅਥਰੀ ਦਰਾਂ ਅੰਦਰ। ਕਿਸੇ ਕੋਲੋਂ ਸੁਣ ਲੈਂਦੀ ਜਦੋਂ ਜ਼ਿਕਰ ਸ਼ਿਕਰੇ ਦਾ, ਕਿਸੇ ਕੋਲੋਂ ਸੁਣ ਲੈਂਦੀ ਜਦੋਂ ਜ਼ਿਕਰ ਸ਼ਿਕਰੇ ਦਾ, ਉਦੋਂ ਬੁਲਬੁਲ ਹੋ ਲੈਂਦੀ ਬੋਟਾਂ ਪਰਾਂ ਅੰਦਰ। ਮਿਲਾਇਆ ਰੱਬ ਦੀ ਥਾਂ ਤੇ ਇਹਨਾਂ ਸ਼ੈਤਾਨ ਹੀ ਮੈਨੂੰ, ਕੋਈ ਈਮਾਨ ਨਾ ਬਚਿਆ ਇਹਨਾਂ ਪੈਗੰਬਰਾਂ ਅੰਦਰ। ਜਦੋਂ ਹਲਚਲ ਜਿਹੀ ਹੁੰਦੀ, ਜਦੋਂ ਹਲਕੀ ਜਿਹੀ ਹਲਚਲ ਵੀ ਹੁੰਦੀ ਪੱਥਰਾਂ ਅੰਦਰ, ਉਦੋਂ ਕੁਝ ਝਟਕਦਾ ਹੈ ਸ਼ੀਸ਼ੇ ਦੇ ਘਰਾਂ ਅੰਦਰ। ਕੀ ਬਾਤ ਹੈ, ਬਹੁਤ ਖੂਬ। ਔਰ ਇਸ ਦੇ ਨਾਲ ਇਹ ਪੁੱਛਣਾ ਚਾਹੂੰਗਾ ਕਿ ਸ਼ਾਇਰੀ ਦੇ ਮੈਦਾਨ ਵਿੱਚ ਜਾਂ ਕਵਿਤਾ ਦੇ ਖੇਤਰ ਵਿੱਚ ਕੀ ਖੁਆਇਸ਼ ਹੈ ਤੁਹਾਡੀ? ਕਿਵੇਂ ਸ਼ਾਇਰੀ ਦੇ ਮੈਦਾਨ ਵਿੱਚ ਕੀ ਖੁਆਇਸ਼ ਹੈ ਕਿ ਕਿਸ ਤਰ੍ਹਾਂ ਮਤਲਬ ਤੁਹਾਡਾ ਜਿਹੜਾ ਨਾਮ ਹੋਵੇ ਉਹਨਾਂ ਵਾਲੇ? ਅੱਛਾ ਹਰ ਬੰਦੇ ਦੀ ਖੁਆਇਸ਼ ਹੁੰਦੀ ਹੈ ਨਾ, ਕੋਈ ਕਹਿੰਦਾ ਮੈਂ ਧਰੂੰਦਾਰਾ ਬਣਨਾ, ਕੋਈ ਕਹਿੰਦਾ ਮੈਂ ਸੂਰਜ ਬਣਨਾ, ਕੋਈ ਕਹਿੰਦਾ ਚੰਦ ਬਣਨਾ, ਮੇਰੇ ਵਰਗਾ ਕਹਿੰਦਾ ਮੈਂ ਚਿਰਾਗ ਹੀ ਬਹੁਤ ਹਾਂ। ਤੁਹਾਡੀ ਕੀ ਖੁਆਇਸ਼ ਹੈ? ਕੁਲਦੀਪ
ਕੁਲਦੀਪ ਜੀ ਹਜੇ ਤਾਂ ਉਡਾੜਾ ਸਿੱਖ ਰਹੀ ਹਾਂ, ਕਵਿਤਾ ਦਾ ਘਰ ਤਾਂ ਜੀ। ਬਹੁਤ ਦੂਰ ਆ, ਹਜੇ ਹੌਲੀ ਹੌਲੀ ਦੇਖਦੇ ਆ। ਹਜੇ ਮਨ ਦੇ ਵਿੱਚ ਪਤਾ ਨਹੀਂ ਇੱਕ ਰਹਿੰਦਾ ਆ ਕੁਛ ਵੀ, ਮਨ ਥੋੜਾ ਜਿਹਾ ਘਬਰਾਇਆ ਜਿਹਾ ਵੀ ਰਹਿੰਦਾ ਆ ਜੀ ਵੀ ਮੇਰੇ ਕੋਲੋਂ ਲਿਖ ਕਿਉਂ ਨਹੀਂ ਹੋ ਰਿਹਾ ਜੋ ਮੈਂ ਲਿਖਣਾ ਚਾਹੁੰਦੀ ਹਾਂ। ਉਹ ਹਜੇ ਕਿੱਥੇ ਕੁ ਪਈ ਆ ਉਹ ਕਵਿਤਾ, ਉਹ ਕਵਿਤਾ ਦਾ ਘਰ ਕਿੱਥੇ ਗਿਆ, ਤੇ ਉਹ ਦੇਖ ਕੇ ਸੋਚ ਕੇ ਵੀ ਥੋੜਾ ਜਿਹਾ ਮਨ ਨੂੰ ਬੜਾ ਵਿਆਕੁਲ ਜਿਹਾ ਕਿ ਹੋ ਜਾਂਦਾ ਹੈ ਵੀ ਹਜੇ ਕਵਿਤਾ ਉਹ ਕਿੱਥੇ ਆ, ਤੂੰ ਕਿੱਥੇ ਪਈ ਆ, ਤੇ ਹਜੇ ਕਵਿਤਾ ਦਾ ਘਰ ਦੂਰ ਆ ਤੇ ਕਵਿਤਾ ਦੇ ਘਰ ਨੂੰ ਲੱਭ ਰਹੀ ਆ। ਜੀ ਤੇ ਜ਼ਰੂਰ ਉਹਦੀ ਥਾਂ ਪਾਉਣੀ ਕਵਿਤਾ ਦੀ ਤਾਂ ਕਹਿੰਦੇ ਹੁੰਦੇ ਆ ਮੁਸ਼ਕਲ ਆ, ਪਰ ਤੁਰਦੇ ਆ ਸਾਰੇ ਹੀ, ਕਹਿੰਦੇ ਹੁੰਦੇ ਆ ਸਮੁੰਦਰ ਵੱਲ ਨੂੰ ਸਾਰੇ ਤੁਰੇ ਹੋਏ ਆ ਆਪਾਂ, ਤੇ ਹਜੇ ਨਦੀ ਵੀ, ਤੇ ਹਜੇ ਮੈਂ ਚਾਹੁੰਦੀ ਆ ਵੀ ਇੱਕ ਤਲਾਬ ਨਹੀਂ ਬਣਨਾ ਚਾਹੁੰਦੀ, ਕਿਉਂਕਿ ਤਲਾਬ ਜਿਹੜਾ ਆ ਉਹ ਕੋਈ ਉਹਦੇ ਲਈ ਕੰਮ ਕਰਦਾ, ਤਲਾਬ ਆਪ ਵੀ ਕੁਛ ਵੀ ਕਰ ਸਕਦਾ, ਉਹਨੂੰ ਕਲੀਨ ਵੀ ਅਸੀਂ ਲੋਕ ਕਰਦੇ ਆ ਹਨਾ, ਤੇ ਟੋਬੇ ਟੋਏ ਤਾਂ ਖੜਾ ਪਾਣੀ ਵੀ ਨਹੀਂ ਬਣਨਾ ਚਾਹੁੰਦੇ ਹਨਾ। ਨਦੀ ਆ ਥੋੜਾ ਜਿਹਾ ਲੈਣਾ ਬਸ ਬਹਿਣਾ ਚਾਹੁੰਦੀ ਆ, ਤੇ ਥੋੜਾ ਥੋੜਾ ਤੁਰਦੀ ਆ, ਸਹਿਜੇ ਸਹਿਜੇ ਤੁਰੀ ਜਾਂਦੀ ਆ, ਤੇ ਰਾਹ ਦੇ ਵਿੱਚ ਕਹਿੰਦੇ ਹੁੰਦੇ ਆ ਕਈ ਕੁਛ ਕੱਖ ਕੰਨ ਵੀ ਹੁੰਦੇ ਆ ਹਨਾ, ਤੇ ਮੁੜਦੀ ਵੀ ਆ, ਠਹਿਰਾ ਵੀ ਆ ਜਾਂਦਾ ਆ ਜੀ, ਤੇ ਪਰ ਤੁਰੀ ਜਾਂਦੀ ਆ। ਨਿਰੰਤਰ ਤੁਰਨਾ ਵੀ ਇੱਕ ਇਬਾਦਤ ਹੈ, ਬੰਦਗੀ ਹੈ। ਬਸ। ਤੇ ਜੋਤ ਸਾਹਿਬ ਨਵੀਂ ਕਵਿਤਾ ਜਿਹੜੀ ਅਸੀਂ ਅੱਜ ਕੱਲ੍ਹ ਮਤਲਬ ਮੈਂ ਸਮਝਦਾ ਕਿ ਇੱਕ ਦਹਾਕੇ ਤੋਂ ਮਾਹੌਲ ਪੂਰਾ ਚੇਂਜ ਹੋਇਆ ਪੂਰੇ ਸੰਸਾਰ ਦਾ, ਪਰ ਹਿੰਦੁਸਤਾਨ ਦਾ ਖਾਸ ਕਰਕੇ ਪੰਜਾਬੀ ਸਾਹਿਤ ਦਾ ਬਹੁਤ ਜ਼ਿਆਦਾ ਚੇਂਜ ਹੋਇਆ। ਕਿਤਾਬਾਂ ਤੋਂ ਅਸੀਂ ਡਿਜੀਟਲ ਲੋਕਰ ਉੱਤੇ ਡਿਜੀਟਲ ਉੱਤੇ ਆ ਗਏ ਹੈਗੇ ਆ, ਉਹ ਜਿਹੜੀ ਅੱਜ ਕਵਿਤਾ ਹੈਗੀ ਆ ਸਾਹਿਤ ਦਾ ਆਦਾਨ ਪ੍ਰਦਾਨ ਆ ਉਹ ਡਿਜੀਟਲ ਜ਼ਿਆਦਾ ਹੋਣ ਲੱਗ ਗਿਆ, ਤੇ ਉਸ ਉੱਤੇ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ। ਪਹਿਲਾਂ ਤਾਂ ਅਖਬਾਰਾਂ ਵਾਲੇ ਇੱਕ ਤੋਂ ਮਾਨਣਾ ਰੱਖਦੇ ਸੀਗੇ ਵੀ ਜੇ ਚੰਗੀ ਕਵਿਤਾ ਨਹੀਂ ਹੈਗੀ ਜਦੋਂ ਅਸੀਂ ਇਹਦੇ ਪਾਸੇ ਕਰ ਦਿੰਦੇ ਹੁੰਦੇ ਸੀਗੇ ਹਨਾ, ਵੀ ਤੇਰੀ ਕਵਿਤਾ ਨਹੀਂ ਛਪੀ। ਪਰ ਹੁਣ ਜਿੱਦਾਂ ਫੇਸਬੁੱਕ ਜਾਂ ਹੋਰ ਸੋਸ਼ਲ ਸਾਈਟਸ ਹੈਗੀਆਂ, ਤੁਸੀਂ ਚੜਾਓ ਤੇ ਤੁਹਾਡੀ ਕਵਿਤਾ ਪਬਲਿਸ਼ ਹੋ ਗਈ ਔਰ ਉਹ ਵੀ ਵਰਲਡ ਵਾਈਡ ਹੋ ਗਈ। ਔਰ ਕਵਿਤਾ ਦੇ ਨਾਮ ਤੇ ਮੈਂ ਸਮਝਦਾ ਕਿ ਅਕਵਿਤਾ ਜ਼ਿਆਦਾ ਆ ਰਹੀ ਆ, ਅਕਵਿਤਾ ਦਾ ਸ਼ੋਰ ਸ਼ਰਾਬਾ ਜ਼ਿਆਦਾ ਜਿਹੜੀ ਕਿ ਕਵਿਤਾ ਵਿੱਚ ਨਹੀਂ ਆ। ਤੇ ਕੀ ਕਹੋਗੇ ਉਸ ਬਾਰੇ, ਜਿਹੜੇ ਨਵੇਂ ਮਤਲਬ ਧੜਾਧੜ ਕਵੀ ਕਵਿਤਰੀਆਂ ਲਿਖ ਰਹੇ ਆ ਹਨਾ, ਜਿਨ੍ਹਾਂ ਨੂੰ ਪਤਾ ਵੀ ਨਹੀਂ ਕਵਿਤਾ ਪੜ੍ਹ ਕੇ ਲਿਖਣਾ ਚਾਹੀਦਾ ਜਾਂ ਸਮਝ ਕੇ ਲਿਖਣਾ ਚਾਹੀਦਾ, ਕੀ ਕਹਿਣਾ ਚਾਹੁੰਦਾ? ਮੈਂ ਹੁਣ ਤੁਸੀਂ ਜਦੋਂ ਮੈਨੂੰ ਕੁਐਸਚਨ ਇੰਨਾ ਸੋਹਣਾ ਕੀਤਾ ਕਰ ਰਹੇ ਸੀ ਤਾਂ ਮੈਂ ਸੋਚ ਰਹੀ ਸੀ ਕਿ ਸਾਡੇ ਮਨਾਂ ਵਿੱਚ ਹੌਸਲੇ ਸਾਰਿਆਂ ਦੇ ਵਿੱਚ ਬੜੇ ਹੋਏ ਆ ਹਨਾ, ਅਸੀਂ ਸਾਰੇ ਇੱਥੋਂ ਡਰੀ ਜਾਂਦੇ ਆ ਵੀ ਕੀ ਹੋ ਰਿਹਾ, ਕਿੱਧਰ ਹੋਏ ਜਾ ਰਹੀ ਹੈ। ਦੇਖੋ ਆਪਣੀ ਗੱਲ ਪਹਿਲਾਂ ਹੋਈ ਵੀ ਨਹੀਂ ਹੈਗੀ ਆਫ ਕੈਮਰੇ ਵੀ ਆ ਕੁਐਸਚਨ ਜਿਹੜਾ ਹੋਇਆ ਹੈਗਾ, ਪਰ ਇਹ ਤੌਖਲਾ ਸਾਡਾ ਸਾਰਿਆਂ ਦਾ ਬਣਿਆ ਹੋਇਆ ਹੈ। ਇਹ ਕਵਿਤਾ ਸਾਡੀ ਜਿਹੜਾ ਸੋਸ਼ਲ ਮੀਡੀਆ ਬਹੁਤ ਵਧੀਆ ਇਹ ਸਾਡੇ ਲਈ ਹੈਗਾ, ਜਿਹੜਾ ਸਾਰਿਆਂ ਨੇ ਕੰਮ ਕਰ ਰਿਹਾ ਹੈ, ਤੇ ਬੜੀ ਸੋਹਣੀ ਕਵਿਤਾ ਜਾਂ ਤੁਸੀਂ ਸਾਰਾ ਕੁਝ ਅਸੀਂ ਦੇਖ ਲੈਂਦੇ ਹੋ। ਪਰ ਇਹ ਕਵਿਤਾ ਹੁਣ ਮੈਂ ਦੇਖਦੀ ਹਾਂ ਵੀ ਜਿਵੇਂ ਦੀ ਕਵਿਤਾ ਕੋਈ ਭੇਜਦਾ ਆ, ਜਿਵੇਂ ਦੇ ਅੱਖਰ ਉਹ ਭੇਜਦਾ ਆ ਉਵੇਂ ਦੇ ਲਾ ਦਿੰਦੇ ਆ, ਨਾ ਉਹਨਾਂ ਦੀ ਕੋਈ ਪ੍ਰੂਫ ਰੀਡਿੰਗ ਆ। ਜੇ ਕੋਈ ਅੱਖਰ ਉਹਨਾਂ ਨੂੰ ਸ਼ਬਦਾਵਲੀ ਗਲਤ ਲਿਖੀ ਜਾਂਦਾ ਉੱਤੇ ਛਾਪ ਦਿੰਦੇ ਆ, ਉਹ ਦੇਖਦੇ ਹੀ ਨਹੀਂ ਹੈਗੇ। ਮੀਡੀਆ ਬਹੁਤ ਜ਼ਿਆਦਾ ਹੋ ਗਿਆ, ਪਰ ਉਹ ਜਦੋਂ ਕਹਿੰਦੇ ਸੀ ਉਹ ਵਧੀਆ ਟਾਈਮ ਸੀ ਜਦੋਂ ਦੇਖ ਕੇ ਮੈਂ ਖੂਨ ਛੱਡ ਕਰਕੇ ਕਵਿਤਾ ਆਉਂਦੀ ਸੀਗੀ, ਤੇ ਹੁਣ ਤਾਂ ਫਿਰ ਸਾਰੇ ਕਹਿ ਦਿੰਦੇ ਆ ਵੀ ਇੱਦਾਂ ਦੀ ਕਵਿਤਾ ਅਸੀਂ ਵੀ ਲਿਖ ਸਕਦੇ ਆ। ਬਹੁਤ ਕਵਿਤਾ ਜਿਹੜੀ ਆ ਗਈ ਆ, ਔਖਾ ਹੈ ਥੋੜਾ ਜਿਹਾ, ਫਿਕਰ ਹੈ ਇਹਦਾ। ਕੀ ਕਹਿਣਾ ਚਾਹੋਗੇ ਇਹਨਾਂ ਨੇ ਜਿਹੜੇ ਕਵਿਤਰੀਆਂ ਧੜਾਧੜ ਮਤਲਬ ਲਿਖ ਰਹੇ ਕਵਿਤਾ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਮੈਂ ਹੁਣ ਜਦੋਂ ਕਹਿ ਦਿੱਤਾ ਤੇ ਉਹਨਾਂ ਨੇ ਤਾਂ ਮੈਨੂੰ ਕਹਿਣਾ ਬਹੁਤ ਕਵਿਤਾ ਲਿਖਣੀ ਆਉਂਦੀ ਹੈ, ਮੈਂ ਹੁਣ ਕਹਾਂਗੀ ਮੈਨੂੰ ਕਹਿਣਾ ਇਹ ਵੱਡੀ ਕਵਿਤਰੀ ਬਣੀ ਫਿਰਦੀ ਹੈ ਹਨਾ ਜੀ। ਤੇ ਪਰ ਆਪ ਹੀ ਹੌਲੀ ਹੌਲੀ ਕੋਈ ਗੱਲ ਨਹੀਂ, ਜਦੋਂ ਕਵਿਤਾ ਪੜ੍ਹਨਗੇ ਦੇਖਣਗੇ ਉਹਨਾਂ ਨੂੰ ਆਪ ਹੀ ਸਮਝ ਆਉਣੀ ਹੈ, ਕਿਸੇ ਦੇ ਕਹਿਣ ਤੇ ਸਮਝ ਨਹੀਂ ਮਿਲਦਾ ਕਦੀ ਉਹਨਾਂ ਨੂੰ ਆਉਣੀ। ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆਪਾਂ ਤਾਂ ਉਹਨਾਂ ਤੋਂ ਗੱਲਾਂ ਹੀ ਸੁਣਾਂਗੇ, ਪਰ ਹੌਲੀ ਹੌਲੀ ਜਦੋਂ ਕਵਿਤਾ ਦਾ ਉਹਨਾਂ ਨੂੰ ਥਾਂ ਪੈ ਗਈ, ਕਵਿਤਾ ਕੀ ਚੀਜ਼ ਆ, ਆਪਣੀ ਕਵਿਤਾ ਤੋਂ ਉੱਚੀ ਬਾਹਰ ਪੜ੍ਹਨਗੇ ਕਿਸੇ ਦੀ ਕਵਿਤਾ, ਫਿਰ ਉਹਨਾਂ ਨੂੰ ਪਤਾ ਲੱਗਣਾ ਕਵਿਤਾ ਕੀ ਚੀਜ਼ ਹੈ ਜੀ। ਪਾਤਰ ਸਾਹਿਬ ਦਾ ਇੱਕ ਸ਼ੇਅਰ ਹੈ ਕਿ ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨਾ ਲਿਖੀ, ਸਫੈਦ ਸਫ਼ਿਆਂ ਤੇ ਮੈਲੀ ਜ਼ਿੰਦਗੀਆਂ ਲਿਖੀ। ਤੇ ਕੁਛ ਇਸ ਤਰ੍ਹਾਂ ਤੁਹਾਨੂੰ ਵੀ ਲੱਗਦਾ ਹੈਗਾ ਵੀ ਕੁਛ ਰਹਿ ਗਿਆ ਲਿਖਣ ਵੱਲੋਂ, ਜਾਂ ਤੁਹਾਡੀ ਜਿਹੜੀ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਆਹ ਕਵਿਤਾ ਲਿਖੀ ਤੇ ਮੇਰੀ ਪਸੰਦ ਦੀ ਕਵਿਤਾ, ਮੈਂ ਚਾਹੁੰਦਾ ਕਿ ਉਹ ਕਵਿਤਾ ਸਾਡੇ ਦਰਸ਼ਕਾਂ ਦੇ ਰੂਪ ਕਵਿਤਾ ਹੁਣ ਕਵਿਤਾ ਤਾਂ ਹੁਣ ਸਾਰੇ ਕਈ ਵਾਰ ਕਹਿ ਦਿੰਦੇ ਨੇ, ਇੱਕ ਕੁਐਸਚਨ ਮੈਂ ਸਾਰਿਆਂ ਦਾ ਆਨਸਰ ਸੁਣਦੀ ਹੁੰਦੀ ਆ, ਉਹ ਕਹਿ ਦਿੰਦੇ ਆ ਉਹ ਮਾਂ ਨੂੰ ਕਹਿੰਦੇ ਨੇ ਪੁੱਤ ਸਾਰੇ ਪਿਆਰੇ ਹੁੰਦੇ, ਪਰ ਮੈਨੂੰ ਨਹੀਂ ਪਿਆਰੇ ਸਾਰੇ ਮੈਂ ਉਲਟੀਆਂ ਸਾਰੀ ਕੁਝ ਮੈਨੂੰ ਪਿਆਰੇ ਹੁੰਦੇ ਨੇ। ਮੈਨੂੰ ਤਾਂ ਮੈਂ ਅੱਗੇ ਹੀ ਤੁਹਾਨੂੰ ਕਹਿ ਦਿੱਤਾ ਕਿ ਹਜੇ ਥੋੜਾ ਜਿਹਾ
ਉਹਨਾਂ ਨੂੰ ਕੁਝ ਬਣਾਉਣਾ ਵੀ ਆ, ਉਹਨਾਂ ਨੂੰ ਇਹ ਥੋੜਾ ਵੀ ਉੱਤੇ ਉਹਨਾਂ ਨੂੰ ਬਿਲਕੁਲ। ਬਸ ਸਲਾਈ ਚੱਲੀ ਗਈ ਵੀ ਤੁਸੀਂ ਬਹੁਤ ਸੋਹਣੇ ਆ, ਮੈਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਆ ਹਨਾ। ਮੈਂ ਉਹਨਾਂ ਨੂੰ ਕਹਿੰਦਾ ਸੰਘਰਸ਼ ਕਰੋ ਹਨਾ, ਇਦਾਂ ਕਹਿੰਦੀ ਆ ਵੀ ਆਪਣੇ ਆਪ ਨੂੰ ਮੈਂ ਹਜੇ ਸੰਘਰਸ਼ ਕਰਾਂ, ਹਜੇ ਕਵਿਤਾ ਨਾਲ ਜੂਝਾਂ, ਹਜੇ ਕਵਿਤਾ ਲੱਭਾਂ, ਕਵਿਤਾ ਲਿਖਦੇ ਪਈ ਆ, ਹਜੇ ਉਹ ਮੇਰੇ ਕੋਲ ਕਵਿਤਾ ਲਿਖਣੀ ਹੋਈ। ਪਰ ਫਿਰ ਵੀ ਤੁਸੀਂ ਜੇ ਤੁਹਾਡੇ ਪਸੰਦ ਦੀ ਕਵਿਤਾ ਹਾਂ, ਬਿਲਕੁਲ। ਪਸੰਦ ਦਾ ਹੁਣ ਤੁਸੀਂ ਦੇਖ ਲਿਓ ਕਿੱਦਾਂ ਜੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਆ ਜੀ। ਤੇ ਪਰ ਤੁਸੀਂ ਮੈਨੂੰ ਕਵਿਤਾ ਥੋੜਾ ਜਿਹਾ ਮੈਂ ਜੇ ਉਹ ਕੱਢ ਹੀ ਲੈਂਦੀ ਥੋੜਾ ਜਿਹਾ ਤੇ ਮੈਨੂੰ ਸਹੀ ਹੋ ਜਾਣਾ ਸੀਗਾ। ਠੀਕ ਹੈ। ਚਲੋ ਮੈਂ ਦੇਖਦੀ ਹਾਂ। ਸਵੇ ਸੰਵਾਦ ਕਵਿਤਾ ਆ ਮੈਂ ਇਹ ਥੋੜਾ ਜਿਹਾ। ਜੇ ਮੈਂ ਪਹਾੜੀ ਦੀ ਹਿੱਕ ਉੱਤੇ ਉੱਗੀ ਕੰਡਿਆਲੀ ਝਾੜੀ ਨੂੰ ਛੂ, ਆਪਣੇ ਪੋਟਿਆਂ ਵਿੱਚੋਂ ਸੈਮ ਰਹੇ ਖੂਨ ਨੂੰ ਕੋਸੀ ਜੀਭ ਤੇ ਧਰਦੀ ਹਾਂ ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਜੇ ਮੈਂ ਪਹਾੜੀ ਦੀ ਹਿੱਕ ਉੱਤੇ ਉੱਗੀ ਕੰਡਿਆਲੀ ਝਾੜੀ ਨੂੰ ਛੂ, ਆਪਣੇ ਪੋਟਿਆਂ ਵਿੱਚੋਂ ਸੈਮ ਰਹੇ ਖੂਨ ਨੂੰ ਕੋਸੀ ਜੀਭ ਤੇ ਧਰਦੀ ਹਾਂ ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਅਸਮਾਨ ਵਿੱਚ ਗਰਜ ਰਹੀ ਲਿਸ਼ਕਦੀ ਤਾਰ ਵਿੱਚੋਂ ਸਤਰੰਗੀ ਭਾਰ ਨੂੰ ਦੇਖ ਅੱਖਾਂ ਚੰਦਿਆਉਂਦੀ ਨਹੀਂ, ਸਗੋਂ ਤਲਵਾਰ ਵਰਗੀ ਤਿੱਖੀ ਧਾਰ ਨੂੰ ਆਪ ਮੁਹਾਰੇ ਜਾ ਫੜਦੀ ਹਾਂ ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਨਦੀਆਂ ਨੂੰ ਚੀਰ ਸਾਗਰ ਚ ਗੋਤੇ ਲਾਉਣਾ ਕਰਮ ਹੈ ਮੇਰਾ, ਔਨ ਦੇ ਗੋਲੇ ਵਾਂਗ ਉਲਝਾਈ ਰੱਖਣਾ ਭਰਮ ਹੈ ਤੇਰਾ। ਅੰਗੂਰ ਖੱਟੇ ਹਨ ਕਹਿਣ ਵਾਲੀ ਲੋਮੜੀ ਕਦੋਂ ਦੀ ਮਰ ਚੁੱਕੀ ਹੈ, ਹੁਣ ਮੈਂ ਚੰਨ ਤੇ ਪਹੁੰਚ ਤਾਰੇ ਤੋੜ ਕੇ ਤੇਰੀ ਝੋਲੀ ਧਰਦੀ ਹਾਂ ਤਾਂ ਮੈਂ ਮੇਰੀ ਗੱਲ ਕਰਦੀ ਹਾਂ। ਮਹਿਲਾਂ ਦੀਆਂ ਤਖਤੀਆਂ ਖੰਡਰਾਂ ਚ ਬਿਲਕਦੀਆਂ ਕੰਧਾਂ, ਸਾਗਰਾਂ ਵਿੱਚ ਠੰਡੀਆਂ ਕਿਸ਼ਤੀਆਂ ਨੂੰ ਆਪਣੀਆਂ ਅਡਾਰੂ ਸੋਚਾਂ ਨਾਲ ਧੱਕਾ ਲਾ ਠੇਲਦੀ ਹਾਂ ਤਾਂ ਮੈਂ ਆਪਣੀ ਗੱਲ ਕਰਦੀ ਹਾਂ। ਜੇ ਮੈਂ ਤਲਵਾਰ ਦੀ ਨੋਕ ਫੜਦੀ ਹਾਂ ਤਾਂ ਮੈਂ ਤੇਰੀ ਗੱਲ ਕਰਦੀ ਹਾਂ। ਜੇ ਸਾਗਰ ਵਿੱਚ ਬੇੜੀ ਠੇਲਦੀ ਹਾਂ ਤਾਂ ਮੈਂ ਆਪਣੀ ਗੱਲ ਕਰਦੀ ਹਾਂ। ਹਾਂ ਮੈਂ ਆਪਣੀ ਹੀ ਗੱਲ ਕਰਦੀ ਹਾਂ, ਹਾਂ ਮੈਂ ਤੇਰੀ ਹੀ ਗੱਲ ਕਰਦੀ। ਚਲੋ ਤੁਸੀਂ ਬਹੁਤ ਖੂਬ। ਤੇ ਮੈਂ ਆਸ ਕਰਦਾ ਕਿ ਜਿਹੜੀ ਆਪਣੀ ਗੱਲ ਕੀਤੀ ਤੇ ਸਮਾਜ ਦੀ ਗੱਲ ਕੀਤੀ, ਪ੍ਰਵਾਸ ਦੀ ਗੱਲ ਕੀਤੀ, ਦਿਓਲ ਸਾਹਿਬ ਨੇ ਸਾਡੇ ਸਟੂਡੀਓ ਜਾ ਕੇ ਤੁਹਾਨੂੰ ਬਹੁਤ ਪਸੰਦ ਆਈ ਹੋਗੀ। ਦਿਓਲ ਸਾਹਿਬ ਤੁਸੀਂ ਸਾਨੂੰ ਸਪੈਸ਼ਲ ਟਾਈਮ ਦਿੱਤਾ, ਟਾਈਮ ਕੱਢ ਕੇ, ਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਸਟੂਡੀਓ ਜਾਈ ਸਾਡੇ ਪੂਰੀ ਚੈਨਲ ਦੀ ਟੀਮ ਵੱਲੋਂ, TNTV ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਜਾਣ ਤੇ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਕੁਲਦੀਪ ਜੀ ਤੁਹਾਡਾ, ਤੁਸੀਂ ਸਾਨੂੰ ਸਪੈਸ਼ਲ ਅੱਜ ਤਦ ਅਸੀਂ ਵੀ ਪੈਰ ਜੁੱਤੀ ਨਹੀਂ ਪਾਈ ਆਏ, ਕਿਉਂਕਿ ਅਸੀਂ ਸਾਨੂੰ ਵੀ ਸੀਗਾ ਵੀ ਅਸੀਂ ਪ੍ਰਵਾਸ 'ਚ ਪਤਾ ਨਹੀਂ ਕਿੰਨਾ ਟਾਈਮ ਸਾਨੂੰ ਫੇਰ ਲੱਗਣਾ ਆ, ਕਿੰਨੇ ਚਿਰ ਬਾਅਦ ਅਸੀਂ ਆਉਣਾ ਆ। ਤੇ ਅੱਜ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਤੁਸੀਂ ਆਪ ਲਿਖਦੇ ਹੋ, ਤੁਸੀਂ ਆਪ ਬਹੁਤ ਸੋਹਣੀ ਰਚਨਾ ਤੁਹਾਡੀ ਪੜ੍ਹਦੇ ਰਹਿੰਦੇ ਆ, ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਜੁੜੇ ਹੋਏ ਆ ਤੇ ਬਹੁਤ ਚੰਗਾ ਲੱਗਿਆ ਜੀ। ਦੋਸਤੋ ਮੇਰੇ ਨਾਲ ਸਾਡੇ ਸਟੂਡੀਓ ਦੇ ਵਿੱਚ ਦਿਓਲ ਪਰਮਜੀਤ, ਜਿਨ੍ਹਾਂ ਦਾ ਕਵਿਤਾ ਦੇ ਖੇਤਰ ਵਿੱਚ ਉੱਘਾ ਨਾਮ ਹੈ, ਜਿਨ੍ਹਾਂ ਨੇ 3 ਕਿਤਾਬਾਂ ਕਵਿਤਾ ਦੀਆਂ ਸਹਿ ਦੀ ਝੋਲੀ ਪਾਈਆਂ ਨੇ ਤੇ ਇੱਕ ਕਿਸਾਨੀ ਸੰਘਰਸ਼ ਨੂੰ ਲੈ ਕੇ ਨਾਰੀ ਕਾਵਿ ਸਪੈਸ਼ਲ, ਮਤਲਬ ਸਿਰਫ ਤੇ ਸਿਰਫ ਜਿਹੜਾ ਵਿਦੇਸ਼ੀ ਪ੍ਰਵਾਸੀ ਸ਼ਾਇਰਾਂ ਨੇ ਉਹਨਾਂ ਦੀਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿਤਾਬਾਂ ਦੀ ਕਿਤਾਬ ਜਿਹੜੀ ਹੈਗੀ ਆ ਉਹ ਸੰਪਾਦਨ ਕੀਤੀ ਆ। ਤੇ ਉਹਨਾਂ ਨਾਲ ਸਾਹਿਤ ਬਾਰੇ, ਪੰਜਾਬੀ ਸਾਹਿਤ ਬਾਰੇ, ਪੰਜਾਬੀ ਸਾਹਿਤਕਾਰਾਂ ਬਾਰੇ ਤੇ ਸਾਹਿਤਾਂ ਦੇ ਕੀ ਸੱਭਿਆਚਾਰਕ ਪ੍ਰਪੇਖ ਨੇ, ਇਹਦੇ ਕੀ ਚੁਣੌਤੀਆਂ ਨੇ ਔਰ ਕੀ ਇਹਦੇ ਵਿੱਚ ਹੋਣਾ ਚਾਹੀਦਾ ਸਾਰੂ ਸਾਹਿਤ ਨੂੰ ਲੈ ਕੇ, ਨਿਆਈ ਸਾਹਿਤ ਨੂੰ ਲੈ ਕੇ, ਉਹਦੇ ਬਾਰੇ ਗੱਲਬਾਤ ਹੋਈ ਹੈ। ਤੇ ਮੈਂ ਆਸ ਕਰਦਾ ਤੁਹਾਨੂੰ ਅੱਜ ਦੀ ਇਹ ਮੁਲਾਕਾਤ ਬਹੁਤ ਪਸੰਦ ਆਈ ਹੋਏਗੀ। ਮੈਨੂੰ ਦਿਓ ਇਜਾਜ਼ਤ, ਜੁੜੇ ਰਹਿਣਾ TNTV ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ, ਆਦਾਬ।